ਅੰਤ ਕਾਲ ਜੋ ਮੰਦਰ ਸਿਮਰੈ ਐਸ ਚਿੰਤਾ ਮਹਿ ਮਰੈ ਐਸ ਚਿੰਤਾ ਮਹਿ ਮਰੈ ਪ੍ਰੇਤ ਜੋਨ ਵਜ ਵਜ ਉਤਰੈ ਪ੍ਰੇਤ ਜੋਨ ਵਜ ਵਜ ਉਤਰੈ ਹਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਹਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਹਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਹਰੀ ਬਾਈ ਅੰਤ ਕਾਲ ਨਾਰਾਇਣ ਸਿਮਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਦੇ ਮਰੈ ਬਦ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਮਰੈ ਐਸੀ ਚਿੰਤਾ ਮਹਿ ਮਰੈ ਬਦ ਚਿਤ ਲੋਚਨ ਤੇ ਨਰ ਮੁਕਤਾ ਬਦ ਚਿਤ ਲੋਚਨ
बल मोहे है शुभ कर मन ते कबहू न डरो अरसो जब जाए डरो निश्चय कर अपनी नीत करो हे शिवा बल मोहे है शुभ कर मन ते कबहू न डरो अरसो जब जाए डरो निश्चय कर अपनी नीत करो जब आपकी आग निदान बने जब आपकी आग निदान बने अत हीरन में तब जूझ मरो 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 हे शिवा बल मोहे है शुभ कर मन ते कबहू न डरो अरसो जब जाए डरो निश्चय कर अपनी नीत तन जियो तेह को जग में तन जियो तेह को जग में मुख ते हर चित में जोत विचार ते हर चित में जोत विचार देह अनित नानित रहे देह अनित नानित रहे जस नाम चढ़े भव सागर तारै जस नाम चढ़े भव सागर तारै तीर्थ ताम बनाए है तन तीर्थ ताम बनाए है बुद्ध सो दीपक जोन दियारै बुद्ध सो दीपक जोन दियारै ज्ञान की बड़नी मनो हाथ ले ज्ञान की बड़नी मनो हाथ ले कातर ताकत वार व्यवहारै कातर ताकत वार व्यवहारै कातर ताकत वार व्यवहारै कातर ताकत वार व्यवहारै हे शिवा बल मोहे है शुभ कर मन ते कबहू न डरो अरसो जब जाए डरो निश्चय कर अपनी नीत करो हे शिवा बल मोहे है शुभ कर मन ते कबहू न डरो अरसो जब जाए डरो निश्चय कर अपनी नीत तेरा है सस है करुणानिध तेरा है सस है करुणानिध मेरी अवै बिनती सुन दीजै 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 और न मांगत हो तुम ते कछ 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 चाहत हो चित में सोई कीजै चाहत हो चित में सोई कीजै शस्त्र सोअत ही रण भीतर शस्त्र सोअत ही रण भीतर जूझ मरो तो साच पतीजै जूझ मरो तो साच पतीजै संत सहाय सदा जग माए संत सहाय सदा जग माए कृपा कर श्याम है बर दीजै 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 हे शिवा बल मोहे है शुभ कर मन ते कबहू न डरो अरसो जब जाए
ਨਾਨਕ ਸੁਣਾਵੇ ਕਿਥੋਂ ਤੇ ਕਹਿ ਰਹਿ ਕਹਿ ਵਸਵਾਵੇ ਜੀ ਜਨ ਸੁਖ ਸੁਖੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨ ਨਿਤ ਸੇ ਬਖਸ਼ਿ ਸੁਹਾਵੇ ਆਗਮ ਗੋਚਰ ਸਾਹਿਬ ਦੁਸਲਵ ਨਲਾ ਸਚ ਪੂਰੇ ਗੁਰੇ ਉਪਦੇਸਿਆ ਨਾਨਕ ਸੁਣਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਹੀ ਸਤਿਕਾਰਯੋਗ ਹਜੂਰੀ ਰਾਗੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਨਿਹਾਲ ਕੀਤਾ ਹੈ, ਬਹੁਤ ਬਹੁਤ ਧੰਨਵਾਦ। ਸੋ ਇਸ ਟਾਈਮ ਆਪਣੇ ਕੋਲ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਉਹਨਾਂ ਨੇ ਸੰਗਤਾਂ ਦੇ ਨਾਲ ਕੁਝ ਟਾਈਮ ਵਿਚਾਰਾਂ ਦੀ ਸਾਂਝ ਪਾਉਣੀ ਆ। 12:30 ਅਰਦਾਸ ਹੋਵੇਗੀ, ਉਸ ਤੋਂ ਉਪਰੰਤ ਹੁਕਮਨਾਮਾ ਸਾਹਿਬ, ਫਿਰ ਉਦੋਂ ਬਾਅਦ ਜੋ ਕਿਸਾਨੀ ਜਥੇਬੰਦੀਆਂ ਹਨ ਉਹਨਾਂ ਦੇ ਆਗੂ ਸਾਹਿਬਾਨਾਂ ਨੇ ਆਪਣੀ ਸਟੇਜ ਸ਼ੁਰੂ ਕਰਨੀ ਆ। ਇੱਕ ਬੇਨਤੀ ਧਿਆਨ ਰੱਖਣੀ ਸਾਰੀਆਂ ਸੰਗਤਾਂ ਨੇ, ਖਾਸ ਕਰਕੇ ਜਿਹੜੇ ਵੀਰ ਸੋ ਇਕੱਠ ਬਹੁਤ ਹੋਣਾਗਾ, ਸੋ ਇਸ ਕਰਕੇ ਸਾਰਿਆਂ ਨੇ ਧਿਆਨ ਰੱਖਣਾ। ਸੋ ਆਓ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਰਾਗੀ ਹੈਡ ਕਥਾ ਆਪਣਾ ਗ੍ਰੰਥੀ ਸਿੰਘ, ਉਹਨਾਂ ਵੱਲੋਂ ਗੁਰਮਤਿ ਵਿਚਾਰਾਂ ਦੀ ਜੋ ਸਾਂਝ ਪਾਉਣੀ ਹੈ, ਪਿਆਰ ਸਤਿਕਾਰ ਸ਼ਰਧਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਕਿਆ ਜਾਣਾ ਕਿਵ ਮਰਹੈਂਗੇ, ਕੈਸਾ ਮਰਨਾ ਹੋਏ। ਜੇ ਕਰ ਸਾਹਿਬ ਮਨਹੁ ਨ ਵੀਸਰੈ, ਤਾਂ ਸਹਿਲਾ ਮਰਨਾ ਹੋਏ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਇਲੇ, ਛਾੜ ਸਗਲ ਜੰਜਾਲ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਕੌਮੀ ਸੰਘਰਸ਼ ਦੇ ਵਿੱਚ ਸ਼ਹੀਦ ਹੋਣ ਵਾਲੇ ਕਾਕਾ ਸ਼ੁਭਕਰਨ ਸਿੰਘ ਪੁੱਤਰ ਸਰਦਾਰ ਚਰਨਜੀਤ ਸਿੰਘ ਆਪ ਜੀ ਦੇ ਨਗਰ ਬੱਲੋ ਪਿੰਡ ਦੇ ਵਸਨੀਕ, ਜਿਨ੍ਹਾਂ ਨੂੰ ਅੱਜ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾ ਰਿਹਾ ਹੈ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਕਿਸਾਨ ਜਥੇਬੰਦੀਆਂ, ਸਿੱਖ ਸੰਗਤਾਂ, ਇਲਾਕੇ ਦੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੰਗਤ ਨੂੰ ਬੇਨਤੀ ਬੜੇ ਪਿਆਰ ਅਦਬ ਦੇ ਨਾਲ, ਸਤਿਗੁਰਾਂ ਦਾ ਅਦਬ ਰੱਖਦਿਆਂ ਹੋਇਆਂ, ਸਾਰੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਬੈਠ ਜਾਓ ਤੇ ਅੱਗੇ ਆਣ ਕੇ ਮੱਥਾ ਟੇਕ ਕੇ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਲੈ ਕੇ ਬੈਠ ਜਾਓ। ਕਿਸਾਨ ਵੀਰਾਂ ਨੂੰ ਬੇਨਤੀ ਹੈ
ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੈ। ਤੁਹਾਡੀਆਂ ਭਾਵਨਾ ਨੂੰ ਨਮਸਕਾਰ ਹੈ, ਪਰ ਤੁਹਾਡੀ ਭਾਵਨਾ ਦੇ ਨਾਲ ਨਾਲ ਗੁਰੂ ਸਾਹਿਬ ਦਾ ਸਤਿਕਾਰ ਆਪਾਂ ਅਦਬ ਉਹ ਬਰਕਰਾਰ ਰੱਖਣਾ ਹੈ। ਤੁਹਾਡੇ ਹੱਥਾਂ ਵਿੱਚ ਝੰਡੇ ਨੇ, ਇਹਨਾਂ ਨੂੰ ਥੋੜੇ ਨੀਵੇਂ ਕਰਕੇ ਗੁਰੂ ਸਾਹਿਬ ਦਾ ਨਮਸਕਾਰ ਕਰਕੇ ਬੜੇ ਪਿਆਰ ਦੇ ਨਾਲ ਬਹਿ ਜਾਓ। ਤੁਹਾਡੀਆਂ ਭਾਵਨਾ ਨੂੰ ਨਮਸਕਾਰ, ਕਿਉਂਕਿ ਤੁਸੀਂ ਸੰਘਰਸ਼ੀ ਯੋਧੇ ਹੋ। ਕਿਰਤੀ ਜਿਹੜੇ ਕਿਰਤੀ ਕਿਸਾਨ ਜਿਹਨੂੰ ਅੰਨਦਾਤਾ ਕਿਹਾ ਜਾ ਰਿਹਾ ਹੈ, ਉਹ ਸਾਰੇ ਤੁਸੀਂ ਆ ਰਹੇ ਹੋ। ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਗੁਰ ਫਤਿਹ ਦੀ ਸਾਂਝ ਪਾਓ। ਕੋਈ ਰਸਨਾ ਵਾਂਝੀ ਨਾ ਰਵੇ। ਬੜੇ ਪਿਆਰ ਅਦਬ ਦੇ ਨਾਲ ਗੁਰੂ ਚਰਨਾਂ ਸੀਸ ਨਵਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਕਾਕਾ ਸ਼ੁਭਕਰਨ ਸਿੰਘ ਜੋ ਕਿਸਾਨੀ ਸੰਘਰਸ਼ ਦੇ ਵਿੱਚ ਆਪਣੇ ਹੱਕ ਸੱਚ ਦੀ ਲੜਾਈ ਕਰਦਿਆਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੋਇਆਂ ਉਹ ਪਿਛਲੇ ਦਿਨੀ ਸ਼ਹਾਦਤ ਦਾ ਜਾਮ ਪੀ ਕੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਇਲਾਕਾ ਨਿਵਾਸੀ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੰਪਰਦਾਵਾਂ ਸਾਰੇ ਹੀ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਾਧ ਸੰਗਤ ਜੀ, ਮਰਨਾ ਸੱਚ ਹੈ, ਜਿਉਣਾ ਝੂਠ ਹੈ। ਇੱਕ ਮੌਤ ਜਿਹੜੀ ਹੈ ਉਹ ਆਪਣੇ ਦੇਸ਼ ਕੌਮ ਆਪਣੇ ਫਰਜ਼ਾਂ ਦੇ ਪ੍ਰਤੀ ਆਪਣੇ ਹੱਕ ਤੇ ਸੱਚ ਤੇ ਲੜਦਿਆਂ ਹੋਇਆਂ ਜਿਹੜੀ ਮੌਤ ਆਉਂਦੀ ਹੈ, ਉਸ ਮੌਤ ਨੂੰ ਇਸ ਸੰਸਾਰ ਤੇ ਨਿਰੰਕਾਰ ਦੇ ਘਰ ਵਿੱਚ ਪ੍ਰਵਾਨਿਆ ਜਾਂਦਾ ਹੈ। ਤੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਵੀ ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਨੋ। ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਨੋ। ਇਸ ਪੰਜ ਭੂਤਕ ਸਰੀਰ ਨੇ ਮਿਟ ਜਾਣਾ ਇੱਕ ਦਿਨ, ਇਹਨੇ ਸਦਾ ਨਹੀਂ ਰਹਿਣਾ। ਔਰ ਪਰਮਾਤਮਾ ਦਾ ਨਾਮ ਤੇ ਪਰਮਾਤਮਾ ਸਦੀਵ ਕਾਲ ਹੈ। ਇੱਥੇ ਵੱਡੇ ਵੱਡੇ ਹੁਕਮਰਾਨ ਵੱਡੇ ਵੱਡੇ ਰਾਜੇ ਆਏ, ਵੱਡੇ ਵੱਡੇ ਰਾਜ ਭਾਗ ਨੂੰ ਕਾਇਮ ਕਰਨ ਵਾਲੇ ਆਏ। ਉਹਨਾਂ ਸਾਰਿਆਂ ਨੂੰ ਇੱਕ ਦਿਨ ਆਪਣਾ ਹੁਕਮ ਚਲਾਉਂਦਿਆਂ ਚਲਾਉਂਦਿਆਂ ਇਸ ਦੁਨੀਆ ਤੋਂ ਜਾਣਾ ਪਿਆ। ਪਰ ਜਿਹੜੇ ਹੱਕ ਤੇ ਸੱਚ ਵਾਸਤੇ ਆਪਣੇ ਫਰਜ਼ ਵਾਸਤੇ ਆਪਣੀ ਜਾਨ ਦੀ ਪਰਵਾਹ ਵੀ ਨਾ ਕਰਦਿਆਂ ਹੋਇਆਂ ਕਿਸੇ ਵੀ ਸੰਘਰਸ਼ ਵਿੱਚ ਭਾਵੇਂ ਧਰਮ ਯੁੱਧ ਦਾ ਸੰਘਰਸ਼ ਹੈ, ਭਾਵੇਂ ਆਪਣੇ ਫਰਜ਼ਾਂ ਦਾ ਸੰਘਰਸ਼ ਹੈ, ਹੱਕ ਦਾ ਸੰਘਰਸ਼ ਹੈ, ਭਾਵੇਂ ਆਪਣੇ ਦੇਸ਼ ਕੌਮ ਦੀ ਲੜਾਈ ਹੈ, ਜਿਹੜਾ ਉਸ ਸੰਘਰਸ਼ ਦੇ ਵਿੱਚ ਆਪਣੀ ਜਾਨ ਕੁਰਬਾਨ ਕਰਦਾ ਏ, ਉਹਨੂੰ ਸ਼ਹੀਦੀ ਦੇ ਨਾਮ ਦੇ ਨਾਲ ਤੇ ਸ਼ਹਾਦਤ ਦੇ ਨਾਮ ਦੇ ਨਾਲ ਪ੍ਰਵਾਨਿਆ ਜਾਂਦਾ ਏ। ਮਾਰਾ ਆਪਾਂ ਸਾਰਿਆਂ ਨੇ ਜਾਣਾ, ਪਤਾ ਨਹੀਂ ਕਦੋਂ ਕਿਸੇ ਨੇ ਕਿੱਥੇ ਜਾ ਕੇ ਇਸ ਸਰੀਰ ਨੇ ਖਤਮ ਹੋ ਜਾਣਾ ਹੈ। ਪਰ ਸਾਡਾ ਸਿਧਾਂਤ ਬੜਾ ਨਿਰਾਲਾ ਜਿਹਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਚੜ੍ਹਦੀ ਕਲਾ ਦਾ ਨਾਰਾ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਦਾ ਪ੍ਰਤੀਕ ਬਣਾਇਆ ਸਾਨੂੰ, ਉਹਦਾ ਭਾਵ ਹੈ ਸਾਕਾਰਮਤ ਸੋਚ, ਉਤਸ਼ਾਹੀ ਸੋਚ, ਆਸ਼ਾਵਾਦੀ ਸੋਚ, ਅੰਦਰ ਜੋਸ਼ ਭਰਨ ਵਾਲੀ ਸੋਚ। ਹੁਕਮਰਾਨ ਜਿਹੜਾ ਹੈ ਉਹ ਸਮੇਂ-ਸਮੇਂ ਅਨੁਸਾਰ ਹੱਕ ਤੇ ਸੱਚ ਨੂੰ ਦਬਾਉਣ ਵਾਸਤੇ ਕੋਸ਼ਿਸ਼ਾਂ ਯਤਨ ਕਰਦਾ ਰਿਹਾ ਹੈ। ਹੁਕਮਰਾਨ ਨੇ ਹੱਕ ਸੱਚ ਨੂੰ ਦਬਾਉਣ ਵਾਸਤੇ ਲੱਖਾਂ ਯਤਨ ਕੀਤੇ ਹਨ। ਉਹਦੇ ਲੱਖਾਂ ਯਤਨ ਕਰਨ ਦੇ ਬਾਵਜੂਦ ਜਿਹਦੇ ਅੰਦਰ ਇਹ ਉਤਸ਼ਾਹ ਹੈ, ਜਿਹਦੇ ਅੰਦਰ ਇਹ ਸਕਾਰਾਤਮਕ ਸੋਚ ਹੈ, ਜਿਹਦੇ ਅੰਦਰ ਆਸ਼ਾਵਾਦੀ ਸੋਚ ਹੈ,
ਉਹ ਇਹੋ ਜਿਹੇ ਹੁਕਮਰਾਨਾਂ ਦੇ ਜ਼ਬਰ ਦਾ ਜਿਹੜਾ ਹੈ ਉਹ ਸਬਰ ਦੇ ਨਾਲ ਮੁਕਾਬਲਾ ਕਰਦਾ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ। ਸਾਡਾ ਇਤਿਹਾਸ ਗਵਾਹ ਹੈ, ਕਿਤੇ ਸਮਾਂ ਆਇਆ ਤੇ ਸਾਨੂੰ ਖਤਮ ਕਰਨ ਵਾਲਿਆਂ ਨੇ ਇੱਕ ਦਿਨ ਦੇ ਵਿੱਚ 35 ਹਜ਼ਾਰ ਸਾਡੇ ਪੁਰਖਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਮਾਤਾਵਾਂ, ਸਾਡੇ ਬੱਚੇ, ਸਾਡੀਆਂ ਭੈਣਾਂ, ਇੱਕ ਦਿਨ ਦੇ ਵਿੱਚ 35,000 ਖਤਮ ਕਰਕੇ ਉਹਨੇ ਸਾਡਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਜਿਹੜਾ ਬੂਟਾ, ਇਹ ਜਿਹੜਾ ਸਿਧਾਂਤ ਹੈ, ਜਿਹਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤ ਦਾ ਥਾਪੜਾ ਮਿਲਿਆ ਹੋਵੇ, ਉਹਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ, ਪਰ ਇਹ ਕਦੇ ਵਾਸਤੇ ਖਤਮ ਨਹੀਂ ਹੋ ਸਕਦਾ। ਸਾਡਾ ਸਿਧਾਂਤ ਫਿਰ ਬੋਲਦਾ ਰਿਹਾ। ਸਾਨੂੰ 35,000 ਖਤਮ ਕਰਨ ਵਾਲੇ ਨੂੰ ਜਾਬਰ ਜਿਹੜਾ ਹੈ, ਹੁਕਮਰਾਨ ਜਿਹੜਾ ਹੈ, ਉਹ ਖਤਮ ਕਰਕੇ ਸੋਚਦਾ ਵੀ ਹੋ ਸਕਦਾ ਵੀ ਇਹਨਾਂ ਨੂੰ ਮੈਂ ਖਤਮ ਕਰ ਦਿੱਤਾ, ਪਰ ਸਾਡਾ ਸਿਧਾਂਤ ਫਿਰ ਸ਼ਾਮ ਦੀ ਅਰਦਾਸ ਦੇ ਵਿੱਚ ਜਦੋਂ ਅਰਦਾਸ ਕਰਕੇ ਅਸੀਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਪਏ ਆ, ਫਿਰ ਸਾਡਾ ਸਿਧਾਂਤ ਕਹਿੰਦਾ ਪਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਜ਼ਬਰ ਕਰਨ ਵਾਲੇ ਦਾ ਵੀ ਭਲਾ ਮੰਗਦੇ ਹਾਂ, ਅਸੀਂ ਜਿਹੜਾ ਇਨਸਾਨੀਅਤ ਦੇ ਰੂਵੇ ਜਿਉਂਦਾ ਉਹਦਾ ਵੀ ਭਲਾ ਮੰਨਦੇ ਹਾਂ, ਅਸੀਂ ਜਿਹੜਾ ਸਾਡੇ ਹੱਕ ਤੇ ਸੱਚ ਲਈ ਖੜਦਾ ਉਹਦਾ ਵੀ ਭਲਾ ਮੰਗਦੇ ਹਾਂ। ਸਾਡਾ ਤੇ ਸਿਧਾਂਤ ਇਸ ਕਰਕੇ ਨਿਰਾਲਾ ਵੀ ਸਾਡਾ ਸਿਧਾਂਤ ਸਾਨੂੰ ਸਿਖਾ ਰਿਹਾ ਹੈ। ਇਸ ਸਿਧਾਂਤ ਦੇ ਮੁਤਾਬਕ ਹੀ ਤੁਸੀਂ ਵੇਖੋ ਵੀ ਜੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜ਼ਬਰ ਕਰਨ ਵਾਲੇ ਹੁਕਮਰਾਨ ਜ਼ਬਰ ਦੀ ਇੰਤਹਾ ਕਰਦਾ ਹੈ, ਉਹ ਜ਼ਬਰ ਕਰਕੇ ਸਾਡੇ ਸਬਰ ਦੇ ਇੰਤਹਾ ਨੂੰ, ਸਾਡੇ ਸਬਰ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਤੇ ਸਬਰ ਵਾਲੇ ਭਾਵੇਂ ਉੱਥੇ ਸਾਡੇ ਹਜ਼ਾਰਾਂ ਨੌਜਵਾਨ ਬਜ਼ੁਰਗ, ਸਾਡੇ ਬੱਚੇ, ਮਾਈਆਂ, ਬੀਬੀਆਂ, ਉਹਨਾਂ ਦੇ ਸਰੀਰ ਭਾਵੇਂ ਜ਼ਖਮੀ ਹੋ ਗਏ, ਤੇ ਸਾਡੇ ਨੌਜਵਾਨ ਜਦੋਂ ਫੇਰ ਪ੍ਰਸ਼ਾਦਾ ਛਕਦੇ ਨੇ ਜਾਂ ਜਦੋਂ ਫੇਰ ਕੋਈ ਵਸਤੂ ਛਕਦੇ ਨੇ, ਜਿਹੜੇ ਸਾਡੇ ਤੇ ਲਾਠੀ ਚਾਰਜ ਕਰਦੇ ਨੇ, ਜਿਹੜੇ ਸਾਡੇ ਤੇ ਗੋਲਿਆਂ ਦੀ ਵਰਖਾ ਕਰਦੇ ਪਏ ਨੇ, ਜਿਹੜੇ ਸਾਡੇ ਤੇ ਪਾਣੀ ਦੀਆਂ ਬੁਛਾੜਾਂ ਸਾਡੇ ਤੇ ਸੁੱਟਦੇ ਪਏ ਨੇ, ਤੇ ਸਾਡਾ ਸਿਧਾਂਤ ਫੇਰ ਅੱਗੇ ਜਾ ਕੇ ਖਲੋ ਜਾਂਦਾ ਵੀ ਆਓ ਇਹ ਪੰਗਤ, ਇਹ ਲੰਗਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਆਓ ਫੇਰ ਬੈਠ ਕੇ ਲੰਗਰ ਛਕ ਲਈਏ, ਆਓ ਸਾਡੇ ਨਾਲ ਫੇਰ ਬੈਠੋ ਤੇ ਤੁਹਾਨੂੰ ਇਸੇ ਪੰਗਤ ਵਿੱਚ ਲੰਗਰ ਛਕਾਇਆ ਜਾ ਸਕਦਾ ਹੈ। ਅਸੀਂ ਫਿਰ ਸਬਰ ਦੇ ਨਾਲ ਉਸ ਜ਼ਬਰ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਉਸ ਮਾਲਕ ਦਾ ਭਾਣਾ, ਉਹਦੀ ਹੁਕਮ ਦੇ ਵਿੱਚ ਰਹਿ ਕੇ ਫਿਰ ਅਸੀਂ ਉਸੇ ਤਰ੍ਹਾਂ ਦੇ ਹਾਂ। ਤੇ ਯਾਦ ਰੱਖਿਓ, ਜ਼ਬਰ ਹਮੇਸ਼ਾ ਖਤਮ ਕਰਨ ਦੀ ਗੱਲ ਕਰਦਾ ਏ। ਜਦੋਂ ਸਾਡੇ ਛੋਟੇ ਛੋਟੇ ਬਾਬੇ 7 ਤੇ 9 ਸਾਲ ਦੀ ਉਮਰ ਦੇ ਸਨ, ਹੁਕਮਰਾਨ ਨੇ ਲਾਲਚ ਦੇ ਕੇ ਸੱਚ ਨੂੰ ਦਬਾਉਣ ਵਾਸਤੇ, ਹੱਕ ਨੂੰ ਖਤਮ ਕਰਨ ਵਾਸਤੇ ਬੜੇ ਲਾਲਚ ਦੇ ਕੇ ਉਦੋਂ ਵੀ ਕਿਹਾ ਸੀ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ, ਤੁਹਾਨੂੰ ਬੜੇ ਸੁੱਖ ਆਰਾਮ ਦੇ ਸਾਧਨ ਦਿੱਤੇ ਜਾ ਸਕਦੇ ਹਨ, ਤੁਹਾਨੂੰ ਬੜੀਆਂ ਜ਼ਗੀਰਾਂ ਦਿੱਤੀਆਂ ਜਾ ਸਕਦੀਆਂ ਨੇ, ਪਰ ਤੁਸੀਂ ਆਪਣਾ ਧਰਮ ਤਬਦੀਲ ਕਰੋ ਜਾਂ ਆਪਣੇ ਹੱਕ ਸੱਚ ਤੋਂ ਪਾਸੇ ਹਟ ਜਾਓ ਤੇ ਤੁਹਾਡੀ ਜਾਨ ਬਖਸ਼ਿਸ਼ ਕਰ ਦਿੱਤੀ ਜਾਵੇਗੀ। ਤੇ 7 ਤੇ 9 ਸਾਲ ਦੇ ਬਾਬਿਆਂ ਨੇ ਉਦੋਂ ਵੀ ਕਿਹਾ ਸੀ ਕਿ ਸਾਨੂੰ ਤੇਰੀ ਇਸ ਸੋਚ, ਇਸ ਤੇਰੇ ਲਾਲਚ ਦੀ ਲੋੜ ਨਹੀਂ, ਤੇਰਾ ਧਰਮ ਤੈਨੂੰ ਪਿਆਰਾ, ਸਾਡਾ ਧਰਮ ਸਾਨੂੰ ਪਿਆਰਾ। ਜੇ ਇਹ ਲਾਲਚ ਲੈ ਕੇ ਵੀ ਮੌਤ ਨਹੀਂ ਆਉਂਦੀ ਤੇ ਸਾਨੂੰ ਲਾਲਚ ਲੈਣ ਦਾ, ਇਹ ਜ਼ਗੀਰਾਂ ਲੈਣ ਦਾ ਸਾਨੂੰ ਫਾਇਦਾ ਹੈ। ਜੇ ਤੇਰੇ ਲਾਲਚ ਲੈ ਕੇ ਵੀ ਮੌਤ ਆਣੀ ਤੇ ਅਸੀਂ ਆਪਣੇ ਹੀ ਖਿੱਤੇ ਵਿੱਚ ਰਹਿ ਕੇ ਕਿਉਂ ਨਾ ਅਣਖ ਤੇ ਗੈਰਤ ਦੀ ਜ਼ਿੰਦਗੀ ਦੇ ਵਿੱਚ ਆਪਣੀ ਮੌਤ ਨੂੰ ਕਬੂਲ ਕਰ ਲਈਏ। ਉਹਨਾਂ ਬਾਬਿਆਂ ਨੇ 7 ਤੇ 9 ਸਾਲ ਦੀ ਉਮਰ ਵਿੱਚ ਸ਼ਹਾਦਤਾਂ ਦੇ ਜਾਮ ਕੀਤੇ। ਕਹਿੰਦੇ ਹਨ ਕਿ ਸਾਡਾ ਤੇ ਸਿਧਾਂਤ ਇਦਾਂ ਦਾ ਹੈ
ਸਾਡੇ ਸਿਧਾਂਤ ਦੇ ਵਿੱਚ ਵੇਖੋ ਖਾਲਸਾ ਜੀ, ਸਾਨੂੰ ਇਹ ਸਿੱਖਿਆ ਦਿੱਤੀ ਗਈ, ਸਾਡਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂਤ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰਬਾਣੀ ਨੇ, ਇੱਕ ਅਕਾਲ ਪੁਰਖ ਨੇ ਸਾਨੂੰ ਸਿਧਾਂਤ ਦਿੱਤਾ। ਸਾਡੇ ਘਰ ਖੁਸ਼ੀ ਹੈ ਤੇ ਅਸੀਂ ਫੇਰ ਪੜ੍ਹਦੇ ਪਏ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਸਾਡੇ ਘਰ ਕੋਈ ਸੰਕਟ ਦਾ ਸਮਾਂ ਆਇਆ, ਜੇ ਸਾਡੇ ਘਰ ਕੋਈ ਸਰੀਰ ਚਲਿਆ ਗਿਆ ਹੈ, ਜੇ ਸਾਡਾ ਕੋਈ ਨੌਜਵਾਨ ਸ਼ਹਾਦਤ ਦਾ ਜਾਮ ਪੀ ਗਿਆ, ਤੇ ਅਸੀਂ ਫੇਰ ਪੜ੍ਹਦੇ ਪਏ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਜੇ ਸਾਡੇ ਕੋਲ ਕਿਤੇ ਸੰਕਟ ਦਾ ਸਮਾਂ ਆਇਆ, ਸਾਨੂੰ ਹੁਕਮਰਾਮਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਵੀ ਅਸੀਂ ਆਨੰਦ ਭਇਆ ਮੇਰੀ ਮਾਈ ਪੜਿਆ ਹੈ, ਉਦੋਂ ਵੀ ਅਸੀਂ ਮਾਤਮ ਨਹੀਂ ਮਨਾਇਆ। ਇਸ ਕਰਕੇ ਸਾਡਾ ਸਿਧਾਂਤ ਬੜਾ ਨਿਰਾਲਾ ਹੈ। ਔਰ ਜਦੋਂ ਜਦੋਂ ਜ਼ੁਲਮ ਇੰਤਹਾ ਕਰਦਾ ਹੈ, ਜ਼ਬਰ ਇੰਤਹਾ ਕਰਦਾ ਹੈ, ਉਹਦਾ ਸਬਰ ਦੇ ਨਾਲ ਮੁਕਾਬਲਾ ਕਰਕੇ ਫਤਿਹ ਦੀ ਜਿਹੜੀ ਹੈ ਉਹ ਕਾਮਯਾਬੀ ਫਤਿਹ ਸਾਡੀ ਝੋਲੀ 'ਚ ਪੈਂਦੀ ਰਹੀ, ਤੇ ਇਹ ਵੀ ਇਸੇ ਤਰ੍ਹਾਂ ਦੇ ਨਾਲ ਪੈਣੀ ਹੈ। ਇਹ ਕਿਸਾਨ ਅੰਨਦਾਤਾ ਹੈ, ਜਿਹੜਾ ਗਰਮੀ ਸਰਦੀ ਰਾਤਾਂ ਠੰਡਾਂ ਨੂੰ ਝੱਲਦਾ ਹੋਇਆ ਇਸ ਸਾਰੀ ਦੁਨੀਆ ਦੇ ਮੁੱਖ ਦੇ ਵਿੱਚ ਅਨਾਜ ਪਾਉਣ ਵਾਸਤੇ ਆਪਾਂ ਕੁਰਬਾਨ, ਉਹ ਆਪਣੀਆਂ ਖੁਸ਼ੀਆਂ ਨੂੰ ਵੇਚ ਕੇ, ਆਪਣੀਆਂ ਖੁਸ਼ੀਆਂ ਨੂੰ ਪਾਸੇ ਰੱਖ ਕੇ, ਤੇ ਦੁਨੀਆ ਨੂੰ ਅਨਾਜ, ਦੁਨੀਆ ਦੇ ਮੁੱਖ ਵਿੱਚ ਅਨਾਜ ਦੀ ਗ੍ਰਾਹੀ ਪਾਉਣ ਵਾਸਤੇ ਉਹ ਰਾਤ ਦਿਨ ਇੱਕ ਕਰ ਦਿੰਦਾ ਹੈ। ਤੇ ਜਿਹੜਾ ਕਿਸਾਨ ਰਾਤ ਦਿਨ ਇੱਕ ਕਰਕੇ ਆਪਣੀਆਂ ਖੁਸ਼ੀਆਂ ਦਾ ਗਲਾ ਘੁੱਟ ਕੇ ਦੂਜਿਆਂ ਦੇ ਮੁੱਖ ਵਿੱਚ ਗ੍ਰਾਹੀ ਪਾਉਣ ਵਾਸਤੇ, ਦੂਜਿਆਂ ਦੇ ਤਾਈਂ ਅਨਾਜ ਜਿਹੜਾ ਉਹ ਦੇਣ ਵਾਸਤੇ ਆਪਣੀ ਫਸਲ ਦੀ ਪੈਦਾਵਾਰ ਕਰਦਾ ਹੈ, ਆਪਣੇ ਮਿਹਨਤ ਕਰਦਾ ਹੈ, ਤੇ ਜੇ ਉਹਨੂੰ ਮਿਹਨਤ ਦਾ ਫਲ ਨਾ ਦਿੱਤਾ ਜਾਵੇਗਾ, ਜੇ ਉਹ ਮਿਹਨਤ ਤੋਂ ਬਾਅਦ ਵੀ ਆਪਣੀ ਮਿਹਨਤ ਦਾ ਹੱਕਦਾਰ ਨਹੀਂ ਹੈ, ਤੇ ਜ਼ਾਲਮ ਜਿਹੜੇ ਹੁੰਦੇ ਹਨ, ਜਬਰਨ ਜਿਹੜੇ ਹੁੰਦੇ ਹਨ, ਉਹ ਹੱਕ ਨੂੰ ਮਟਾਉਣ ਵਾਸਤੇ ਆਪਣੇ ਜ਼ੁਲਮ ਦੀ ਇੰਤਹਾ ਕਰਦੇ ਹੈ, ਤੇ ਜਿਹੜਾ ਹੱਕ ਤੇ ਸੱਚ ਵਾਸਤੇ ਲੜਦਾ ਉਹ ਸਬਰ ਵਿੱਚ ਰਹਿ ਕੇ ਆਪਣੇ ਸੱਚ ਦੀ ਪ੍ਰਾਪਤੀ, ਆਪਣੇ ਹੱਕ ਦੀ ਪ੍ਰਾਪਤੀ ਕਰ ਲੈਂਦਾ ਹੈ। ਅੱਜ ਇਹ ਨਹੀਂ ਹੈ ਵੀ ਇਹ ਕਿਸਾਨ ਜਥੇਬੰਦੀਆਂ, ਇਹ ਨੌਜਵਾਨ, ਇਹਨਾਂ ਦੇ ਚੋਂ ਜਜ਼ਬਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਜਿਸ ਦਿਨ ਚਮਕੌਰ ਦੀ ਗੜੀ ਵਿੱਚ ਵੀ ਮਹਾਰਾਜ ਨੇ ਬਾਬਾ ਜੋਰਾਵਰ ਸਿੰਘ, ਬਾਬਾ ਜੁਝਾਰ ਸਿੰਘ ਨੂੰ ਤੋਰ ਲੱਗਿਆ ਕਿਹਾ ਸੀ, बेटा हो तुम ही पंथ के बेड़े के नवैया, जाओ सर भेंट कीजे ताकि चले पंथ की नैया। उस वेले मेरे सतगुरु धन गुरु कलगियां वाले ने बाबा जुझार सिंह नूं तोर लग्या कहा सी, बेटा जिथे जुल्म इंतहा कर रहा है, जिथे जाबर जुल्म करके खत्म करन दी गल करदा है, ते जालम ਤੇ ਜਬਰ ਨੂੰ ਖਤਮ ਕਰਨ ਵਾਸਤੇ ਜਾ ਬੇਟਾ ਤੂੰ ਉਸ ਪੰਥ, ਉਸ ਬੇੜੀ ਦਾ ਮਲਾ ਬਣ ਜਾ, ਜਿਹੜੀ ਬੇੜੀ ਨੂੰ ਚਲਾਉਣ ਵਾਸਤੇ ਸਿਰ ਵੀ ਭੇਂਟ ਕਰਨਾ ਪਵੇ। ਤੇ ਕੋਈ ਗੱਲ ਨਹੀਂ, ਜਿੱਦਣ ਤੂੰ ਆਪਣਾ ਸਿਰ ਭੇਂਟ ਕਰਕੇ ਇਸ ਪੰਥ ਨੂੰ ਬਚਾਉਣ ਵਾਸਤੇ, ਇਸ ਰਸਤੇ ਨੂੰ ਬਚਾਉਣ ਵਾਸਤੇ, ਜ਼ੁਲਮ ਨੂੰ ਖਤਮ ਕਰਨ ਵਾਸਤੇ ਆਪਣਾ ਸਿਰ ਦਵੇਂਗਾ, ਤੇ ਮੇਰਾ ਸੀਨਾ ਚੌੜਾ ਹੋ ਜਾਵੇਗਾ ਕਿ ਮੇਰੇ ਪੁੱਤ ਨੇ ਜ਼ਬਰ ਤੇ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਆਪਣਾ ਸੀਸ ਭੇਟ ਕੀਤਾ ਹੈ। ਤੇ ਕਲਗੀਆਂ ਵਾਲੇ ਨੇ ਬਚਨ ਕਹੇ ਸਨ ਕਿ ਪੁੱਤਰ ਤੇਰੇ ਰਸਤੇ ਤੁਰਨ ਵਾਲੇ ਜਦੋਂ ਕਿਤੇ ਪੰਥ ਤੇ ਭੀੜਾ ਪਵੇਗੀ, ਕੌਮ ਨੂੰ ਲੋੜ ਹੋਵੇਗੀ, ਤੇਰੇ ਵਰਗੇ ਨੌਜਵਾਨ ਆਪਣੇ ਪੰਥ ਵਾਸਤੇ, ਆਪਣੀ ਕੌਮ ਵਾਸਤੇ, ਆਪਣੇ ਹੱਕ ਤੇ ਸੱਚ ਦੀ ਲੜਾਈ ਦੇ ਵਾਸਤੇ ਆਪਣੇ ਸਿਰ ਭੇਟ ਕਰ ਦਿਆ ਕਰਨਗੇ। ਸੋ ਅੱਜ ਸਾਡੀ ਨੌਜਵਾਨੀ ਭਾਵੇਂ ਉਹ ਬਾਰਡਰਾਂ ਤੇ ਖਲੋਤੀ ਹੈ, ਭਾਵੇਂ ਇਸ ਦੇਸ਼ ਕੌਮ ਦੀ ਰੱਖਿਆ ਕਰਨ ਵਾਸਤੇ ਖਲੋਤੀ ਹੈ, ਜਦੋਂ ਲੋੜ ਪੈਂਦੀ ਤੇ ਪੰਜਾਬ ਦੇ ਨੌਜਵਾਨ ਅੱਜ ਵੀ ਇਸ ਧਰਤੀ ਤੇ ਜਦੋਂ ਉਹਨਾਂ ਨੌਜਵਾਨਾਂ ਦੇ ਸਰੀਰ ਸ਼ਹਾਦਤ ਦਾ ਜਾਮ ਪੀ ਕੇ ਆਉਂਦੇ ਹਨ, ਤੇ ਉਹ ਸਾਡੇ ਸਿੱਖ ਕਮਿਊਨਿਟੀ ਦੇ ਬੱਚੇ ਹਨ, ਉਹ ਨੌਜਵਾਨ ਸਾਡੇ ਹਨ। ਪਤਾ ਨਹੀਂ ਹੁਕਮਰਾਨ ਕਿਉਂ ਇਹ ਭੁੱਲਦਾ ਜਾ ਰਿਹਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਇਸ ਭਾਰਤ ਖੰਡ ਦੀ ਧਰਤੀ ਨੂੰ ਖਤਮ ਕਰਨ ਵਾਸਤੇ
ਇਥੋਂ ਦੀ ਇੱਜ਼ਤ ਨੂੰ ਜਬਰੀ ਚੁੱਕ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਏ। ਇਸ ਭਾਰਤ ਖੰਡ ਦੀ ਇੱਜ਼ਤ ਤੇ ਇਸ ਦੀ ਆਨ ਸ਼ਾਨ ਨੂੰ ਬਚਾਉਣ ਵਾਸਤੇ ਉਸ ਵੇਲੇ ਵੀ ਖਾਲਸੇ ਨੇ, ਉਸ ਵੇਲੇ ਵੀ ਇਹਨਾਂ ਮਰਜੀਵੜਿਆਂ ਨੇ ਆਪਾ ਕੁਰਬਾਨ ਕਰਕੇ ਇਸ ਭਾਰਤ ਖੰਡ ਦੀ ਇੱਜ਼ਤ ਨੂੰ ਬਚਾ ਕੇ ਤੇ ਘਰੋਂ ਘਰੋਂ ਹੀ ਪਹੁੰਚਾਇਆ ਸੀ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸੀ, ਕੌਣ ਨੇ ਇਹ? ਭਾਵੇਂ ਨਾਦਰ ਸ਼ਾਹ ਨੇ ਪੁੱਛਿਆ, ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ ਵੀ ਇਹ ਕੌਣ ਨੇ ਸਿੰਘ, ਇਹ ਸਿੱਖ ਕੌਣ ਹੁੰਦੇ ਹਨ? ਤੇ ਜਵਾਬ ਵਿੱਚ ਇਹ ਜਵਾਬ ਮਿਲਦਾ ਸੀ, ਕਹਿੰਦੇ ਇਹ ਉਹ ਸਿੱਖ ਨੇ, ਉਹ ਸਿੰਘ ਨੇ ਜਿਹੜੇ ਧੰਨ ਗੁਰੂ ਨਾਨਕ ਦੇਵ ਦੇ ਚਲਾਏ ਪੰਥ ਦੇ ਪੰਧੀ ਨੇ। ਇਹ ਗੁਰੂ ਗੋਬਿੰਦ ਸਿੰਘ ਦੇ ਉਹ ਸਿੱਖ ਹਨ। ਇਹਨਾਂ ਦੇ ਬਾਰੇ ਸੁਣਿਆ, ਕਹਿੰਦੇ ਮੁਰਸ਼ਦ ਇਨ ਕੋ ਬਲੀ ਭਇਓ ਹੈ, ਆਬੇ ਹਿਆਤ ਇਨ ਕੋ ਦਇਓ ਹੈ। ਕਹਿੰਦੇ ਇਹ ਸੁਣਿਆ ਵੀ ਇਹਨਾਂ ਦਾ ਮੁਰਸ਼ਦ ਜਿਹੜਾ ਗੁਰੂ ਹੈ ਉਹ ਬਹੁਤ ਬਲੀ ਹੈ। ਇਹਨਾਂ ਨੂੰ ਇਹੋ ਜਿਹਾ ਆਬੇ ਹਿਆਤ, ਇਹੋ ਜਿਹਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਗਿਆ, ਇਹ ਤੇ ਮੁਰਦੇ ਪਏ ਵੀ ਫਿਰ ਉੱਠ ਕੇ ਲੜਨ ਦੇ ਯੋਗ ਹੋ ਜਾਂਦੇ ਹਨ। ਇਹਨਾਂ ਦੇ ਵਿੱਚ ਉਹ ਸ਼ਕਤੀ, ਉਹ ਜਜ਼ਬਾ ਹੈ। ਔਰ ਉਸ ਜਜ਼ਬੇ ਦੇ ਵਿੱਚੋਂ ਜਦੋਂ ਜਦੋਂ ਪੰਥ ਤੇ ਭੀੜਾ ਪਈ, ਜਦੋਂ ਕੌਮ ਤੇ ਭੀੜਾ ਪਈ, ਜਦੋਂ ਦੇਸ਼ ਤੇ ਭੀੜਾ ਪਈ, ਤੇ ਇਹਨਾਂ ਨੌਜਵਾਨਾਂ ਨੇ ਆਪਾ ਕੁਰਬਾਨ ਕੀਤਾ। ਤੇ ਇੱਕ ਵਿਦਵਾਨ ਦੇ ਬੋਲ ਨੇ, ਕਹਿੰਦੇ ਹਨ, जिस देश कौम के बच्चे यूं दे सकते हैं बलिदान, उस देश का भविष्य क्या होगा, पर वर्तमान है महामहान। ਕਹਿੰਦੇ ਮੈਨੂੰ ਨਹੀਂ ਪਤਾ ਵੀ ਇਸ ਦੇਸ਼ ਦਾ ਭਵਿੱਖ ਕੀ ਹੋਣਾ, ਜਿਸ ਦੇਸ਼ ਕੌਮ ਦੇ ਬੱਚੇ ਇਉਂ ਚੜ੍ਹਦੀ ਕਲਾ ਦੇ ਵਿੱਚ, ਇਉਂ ਨਿਡਰ ਸੋਚ, ਆਸ਼ਾਵਾਦੀ ਸੋਚ, ਉਤਸ਼ਾਹੀ ਸੋਚ ਦੇ ਵਿੱਚ ਆਪਾਂ ਬਲਿਦਾਨ ਕਰ ਸਕਦੇ ਹਨ। ਕਹਿੰਦੇ ਪਤਾ ਨਹੀਂ ਇਸ ਕੌਮ ਦਾ ਭਵਿੱਖ ਕੀ ਹੋਵੇਗਾ, ਪਰ ਇਹਨਾਂ ਦਾ ਵਰਤਮਾਨ ਜਿਹੜਾ ਮਹਾਨ ਹੈ, ਇਹਨਾਂ ਨੂੰ ਸਿਰ ਝੁਕ ਜਾਂਦਾ ਕਿ ਇਸ ਕੌਮ ਦੇ ਬੱਚੇ ਜਿਹੜੇ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਹਨ। ਸੋ ਅੱਜ ਆਪਣੇ ਹੱਕ ਸੱਚ ਦੀ ਲੜਾਈ ਕਰਦਿਆਂ ਹੋਇਆਂ ਨਗਰ ਬੱਲੋ ਦੀ ਵਸਨੀਕ ਸਰਦਾਰ ਚਰਨਜੀਤ ਸਿੰਘ, ਉਹਨਾਂ ਦੇ ਸੁਪੁੱਤਰ ਕਾਕਾ ਸ਼ੁਭਕਰਨ ਸਿੰਘ ਆਪਣੇ ਹੱਕ ਦੇ ਲਈ ਜੂਝਦਿਆਂ ਹੋਇਆਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਉਹਨਾਂ ਦਾ ਨਾਮ ਸਦਾ ਵਾਸਤੇ ਅਮਰ ਹੋ ਗਿਆ। ਜਿਨ੍ਹਾਂ ਦਾ ਨਾਮ ਸ਼ੁਭਕਰਨ ਹੈ, ਉਹਨਾਂ ਦਾ ਜੀਵਨ ਮੈਂ ਨਹੀਂ ਜਾਣਦਾ, ਪਹਿਲੀ ਵਾਰ ਉਹਨਾਂ ਨੂੰ ਅੱਜ ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਦੇ ਪਰਿਵਾਰ ਨੂੰ ਮਿਲਣਾ, ਪਰ ਉਹਨਾਂ ਦਾ ਨਾਮ ਸ਼ੁਭਕਰਨ ਹੀ, ਤੇ ਉਹ ਸ਼ੁਭ ਕਾਮੀ ਕਰਕੇ ਚਲੇ ਗਏ। ਆਪਣੇ ਹੱਕਾਂ ਵਾਸਤੇ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਹਨ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਤੇ ਉਸ ਵਿਛੜੀ ਆਤਮਾ ਨੂੰ ਆਪਾਂ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਸੰਪਰਦਾਵਾਂ ਦੇ ਮੁਖੀ ਸਹਿਬਾਨ ਸਾਰੇ ਪਹੁੰਚੇ ਹਨ। ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਜੀ ਝੱਬਰ, ਉਹ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾ ਰਹੇ ਹਨ। ਦਾਸਾਂ ਦੀ ਡਿਊਟੀ ਲੱਗੀ, ਤੁਹਾਡੇ ਚਰਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਇਥੋਂ ਦੇ ਮੁੱਖ ਗ੍ਰੰਥੀ ਸਹਿਬਾਨ ਸਾਰਿਆਂ ਦਾ ਧੰਨਵਾਦ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਪਾਂ ਸਾਰੇ ਪਹੁੰਚੇ ਹਾਂ। ਕੋਟਾਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਆਨੰਦ ਸਾਹਿਬ ਜੀ ਦੇ ਪਾਠ ਕਰਕੇ ਇੱਕ ਸ਼ਬਦ ਪੜ੍ਹਾ ਦਿੰਦੇ ਹਾਂ। ਆਓ ਆਨੰਦ ਸਾਹਿਬ ਜੀ ਦੇ ਪਾਠ, ਇੱਕ ਸ਼ਬਦ ਆਨੰਦ ਸਾਹਿਬ ਜੀ ਦੇ ਪਾਠ ਕਰਕੇ ਆਪਾਂ ਅਰਦਾਸ ਬੇਨਤੀ ਦੇ ਵਿੱਚ ਬੇਨਤੀ ਇਹ ਹੈ ਸਾਰੀਆਂ ਸੰਗਤਾਂ ਆ ਰਹੀਆਂ ਨੇ ਤੇ ਬੜੇ ਪਿਆਰ ਦੇ ਨਾਲ ਦੁੱਖ ਦੀ ਵੀ ਘੜੀ ਹੈ, ਤੇ ਇੱਕ ਇਹ ਵੀ ਹੈ ਵੀ ਅਸੀਂ ਜਦੋਂ ਆਏ ਆ ਤੇ ਸ਼ੁਭਕਰਨ ਸਿੰਘ ਦੀ ਅੰਤਮ ਅਰਦਾਸ ਵਿੱਚ ਆਏ ਆ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਆ। ਬੇਨਤੀ ਇਹ ਹੈ ਸੰਗਤ ਨੂੰ ਵੀ ਸੁਚੇਤ ਹੋ ਕੇ ਆਓ। ਰਸਤਾ ਥੋੜਾ ਜਿਹਾ ਤੰਗ ਹੈ, ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਥੋੜਾ ਜਿਹਾ ਦੂਸਰੀ ਲਾਈਨ ਬਣਾ ਕੇ ਨਾਲ ਆ ਜਾਓ। ਬਾਕੀ ਜਿਹੜੇ ਧੱਕਾ ਮੁੱਕੀ ਕਰਦੇ ਨੇ ਵਿੱਚ ਜਾਂ ਚੋਰੀ ਕਰਨ ਦੀ ਆਸ਼ਾ ਲੈ ਕੇ ਆਏ ਹੋ ਭਾਈ, ਵੇਖੋ ਬਹੁਤ ਮਾੜੀ ਗੱਲ। ਪਹਿਲਾਂ ਵੀ ਸਟੇਜ ਸੈਕਟਰੀ ਸਾਹਿਬ ਨੇ ਬੋਲ ਦਿੱਤਾ, ਬਹੁਤ ਹੀ ਘਿਨਾਉਣੀ ਹਰਕਤ ਕਰਦੇ ਪਏ ਹੋ। ਇੱਥੇ ਇੱਕ ਨੌਜਵਾਨ, ਇੱਕ ਪਿਤਾ ਦਾ
ਇੱਕ ਭੈਣ ਦਾ ਭਰਾ, ਇੱਕ ਦਾਦੀ ਦਾ ਪੋਤਰਾ, ਇੱਕ ਪਰਿਵਾਰ ਦਾ ਚਿਰਾਗ ਬੁਝ ਗਿਆ ਏ ਤੇ ਤੁਸੀਂ ਫੇਰ ਇੱਥੇ ਘਿਨਾਉਣੀਆਂ ਹੀ ਹਰਕਤਾਂ ਕਰੀ ਜਾਂਦੇ ਹੋ। ਕੁਝ ਇਥੋਂ ਕੋਈ ਪ੍ਰਾਪਤ ਕਰਨ ਵਾਸਤੇ ਆਏ ਹੋ, ਉਹਦੇ ਤੋਂ ਆਪਾਂ ਕੁਝ ਅੱਜ ਸੇਧ ਲੈਣ ਵਾਸਤੇ ਆਏ ਆ। ਇਦਾਂ ਦੀ ਹਰਕਤ ਨਾ ਕਰੋ। ਇਹ ਵਿਚਾਰੇ ਕਿਰਤੀ ਨੇ ਜਿਨ੍ਹਾਂ ਦੇ ਬਟੂਏ ਕੱਢੀ ਜਾਂਦੇ ਹੋ ਤੁਸੀਂ। ਹਾਂ, ਜਾਂ ਕਿਸੇ ਦਾ ਭਾਈ, ਹਾਂ, ਕਿਸੇ ਦੇ ਜ਼ਰੂਰੀ ਕਾਗਜ਼ਾਤ ਨੇ, ਬਟੂਆ ਡਿੱਗਿਆ ਕਿਸੇ ਵੀਰ ਦਾ 10,000 ਰੁਪਈਆ ਉਹਦੇ ਵਿੱਚ, ਜੇ ਕਿਸੇ ਨੂੰ ਮਿਲਿਆ ਤੇ ਉਹ ਸਟੇਜ ਤੇ ਜ਼ਰੂਰ ਕਿਰਪਾ ਕਰਕੇ ਫੜਾ ਜਾਣ ਜੀ। ਆਓ ਆਪਾਂ ਕੀਰਤਨ, ਇੱਕ ਸ਼ਬਦ ਤੇ ਆਨੰਦ ਸਾਹਿਬ ਜੀ ਦਾ ਪਾਠ, ਅਰਦਾਸ ਬੇਨਤੀ ਸ਼ਾਮਲ ਹੋਵਾਂਗੇ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਸੋ ਪਹਿਚਾਨੀਐ ਜੋ ਨਰਦੀਨ ਕੇ ਪੁਰਜਾ ਪੁਰਜਾ ਕਟ ਮਰੇ ਕਬੂ ਨ ਛਾੜੇ ਕੇ ਸੂਰਸੋ ਪਹਿਚਾਨੀਐ ਜੋ ਨਰਦੀਨ ਕੇ ਪੁਰਜਾ ਪੁਰਜਾ ਕਟ दीन के हेत पुरजा पुरजा कट मरे बबू न छाड़े गगन मामा बादो गगन मामा बादो पलियो निशाने का पलियो खेत जमाने सूरमा खेत जमाने सूरमा अब जूझन को दा अब जूझन को दा अब जूझन को दा रसो पहचानिए जो दरदीन के हेत पुरजा पुरजा कट मरे बबू न छाड़े सूरसो पहचानिए जो दरदीन के हेत पुरजा पुरजा कट मरे बबू न छाड़े जो तो प्रेम खिलन का चाओ 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 सिर धर कदी कदी मेरिया सिर धर कदी कदी मेरिया तुम्हार पैर तरी जय इतमार पैर तरी जय तुम्हार पैर तरी जय इतमार पैर तरी जय सिर दी जय प्राण न की 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 जय सूरसो पहचानिए जो नरदीन के हेत पुरजा पुरजा कट मरे बबू न छाड़े सूरसो पहचानिए जो नरदीन के हेत पुरजा पुरजा कट मरे बबू न छाड़े बबू न छाड़े बबू न छाड़े रामपुरी महला तीजा आनंद को अंकार सतगुर प्रसाद आनंद पाया मेरी माए सतगुरु मैं पाया सतगुर का पाया सहज सेती मन मतिया बाधाई राग लगन परवार
ਸਦਾ ਤੇਰੀ ਨਾਮ ਮਤ ਵਸਾ ਨਾਮ ਜਿਤ ਕੈ ਮਨ ਵਸਿਆ ਵਾਜੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨਮ ਸਭ ਦੁਆਰਾ ਪਰਸ਼ਾਨ ਸੁਪਨੇ ਆਏ ਰਸਿਆ ਜਨੇ ਚਾ ਸਭ ਪੂਜਾ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀ ਆਏ ਵਡਿਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਗੁਰਵਾਸ ਕੀਤੇ ਕਾਲ ਕੰਠ ਮਾਰਿਆ ਗੁਰ ਕਰਮ ਪਾਇਆ ਨਿਜ ਪਾਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਕੈ ਸੰਗੋ ਆਦਿਤ ਕਰ ਅਨਹਦਵਾ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਕਰੇ ਸੁਣੀ ਸੱਚੇ ਬਾਣ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਦੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਪਦ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਕੇਸਲ ਗੁਰੂ ਪਾਣੀ ਪਿਤਾ ਮਾਤਾ ਤਰਕ ਮਹਾਰ ਦਿਵਸ ਰਾਤ ਦੇ ਦਾਇ ਗਾਇਆ ਖੇਲ ਸਗਲ ਜਗ ਜਗ ਆਇਆ ਮੁਰਿਆਇਆ ਵਾਜੇ ਧਰਮ ਹਜੂਰ ਕਰਮੀ ਆਪੋ ਆਪੀ ਕੇ ਨੇੜੇ ਕੇ ਜਿਨੀ ਨਾਮ ਤੇ ਆਇਆ ਗਏ ਸਭ ਸਤਿਕਾਰ ਨਾਨਕ ਤੇ ਮੁਕਤ ਦੇ ਖੇਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਸਭ ਸਤਿਕਾਰ ਨਾਨਕ ਤੇ ਮੁਕਤ ਦੇ ਖੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਵਹਿ ਅਰਦਾਸ ਜੀਉ ਪਿੰਡ ਸਭ ਵਡਿਆਈ ਕੋਈ ਨਾਉ ਨ ਜਾਣੇ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਈ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੂੰ ਸਿਮਰਾਓ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌਣ ਦੇ ਆਵੈ ਧਾਈ। ਸਭ ਥਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ। ਵਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਪਾਸ ਸਾਰੀਆਂ ਹੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ। ਗਗਨ ਦਮਾਮਾ ਵਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਵ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਭੂ ਨਾ ਛਾਡਾ ਖੇਤ। ਦੇ ਪਵਿੱਤਰ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀਓ, ਸਾਰੇ ਭਾਰਤ ਦੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲੈਣ ਦੇ ਲਈ ਸੱਚੇ ਪਾਤਸ਼ਾਹ ਜੀਓ, ਜੋ ਅੰਦੋਲਨ ਵਿੱਢਿਆ ਗਿਆ ਹੈ, ਉਸ ਅੰਦੋਲਨ ਦੇ ਵਿੱਚ ਖਨੌਰੀ ਬਾਰਡਰ ਦੇ ਉੱਪਰ ਕਾਕਾ ਸੁਭਕਰਨ ਸਿੰਘ ਸੁਪੁੱਤਰ ਸਰਦਾਰ ਚਰਨਜੀਤ ਸਿੰਘ ਨਿਵਾਸੀ ਬੱਲੋ ਦੀ ਸੱਚੇ ਪਾਤਸ਼ਾਹ ਜੀਓ ਗੋਲੀ ਲੱਗਣ ਦੇ ਕਾਰਨ ਸ਼ਹੀਦੀ ਹੋਈ ਸੱਚੇ ਪਾਤਸ਼ਾਹ ਜੀਓ। ਸੋ ਉਸ ਦੀ ਯਾਦ ਦੇ ਵਿੱਚ ਅੱਜ ਸਾਰੀਆਂ ਹੀ ਸੰਗਤਾਂ ਇਸ ਸਥਾਨ ਤੇ ਇਕੱਤਰ ਹੋਈਆਂ ਹਨ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ। ਸੋ ਸੱਚੇ ਪਾਤਸ਼ਾਹ ਜੀਓ ਕਾਕਾ ਸੁਭਕਰਨ ਸਿੰਘ ਜੀ ਦੇ ਜੀਵਨ ਕਾਲ ਵਿੱਚ ਹੋਈਆਂ ਭੁੱਲਾਂ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ, ਸੰਗਤਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ। ਜੋ ਕਿਸਾਨ ਜਥੇਬੰਦੀਆਂ ਵੱਲੋਂ, ਸਾਰੇ ਹੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਸਰਕਾਰ ਦੇ ਖਿਲਾਫ MSP ਦੀ ਗਰੰਟੀ ਲੈਣ ਦੇ ਲਈ ਤੇ ਹੋਰ ਕਿਸਾਨੀ ਮਜ਼ਦੂਰੀ ਮੰਗਾਂ ਦੇ ਲਈ ਸੱਚੇ ਪਾਤਸ਼ਾਹ ਜੀਓ ਅੰਦੋਲਨ ਚੱਲ ਰਿਹਾ ਹੈ, ਉਹਦੇ ਵਿੱਚ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਿਸਾਨ ਆਗੂਆਂ ਤੋਂ ਅਗਵਾਈ ਕਰਾਉਣੀ, ਕਿਸਾਨ ਆਗੂਆਂ ਨੂੰ ਹੋਸ਼ ਬਖਸ਼ਿਸ਼ ਕਰਨੀ, ਨੌਜਵਾਨਾਂ ਨੂੰ ਜੋਸ਼ ਬਖਸ਼ਿਸ਼ ਕਰਨਾ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਵਿੱਤਰ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀਓ ਇਹ ਹੋਆ ਹਲੇਮੀ ਰਾਜ ਜੀਓ, ਇਸ ਸੰਸਾਰ ਦੇ ਉੱਤੇ ਸੁਖ ਸ਼ਾਂਤੀ ਪਸਰੇ, ਜ਼ਾਬਰ ਜ਼ੁਲਮ ਹਾਕਮਾਂ ਨੂੰ ਸੱਚੇ ਪਾਤਸ਼ਾਹ ਜੀਓ ਸਮਤਾਵੇ। ਸੋ ਇਸ ਕਰਕੇ ਇਸ ਅਰਦਾਸ ਦੇ ਵਿੱਚ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾ ਮਨਜ਼ੂਰ ਕਰਨਾ। ਸੱਚੇ ਪਾਤਸ਼ਾਹ ਜੀ ਇਸ ਸਮੇਂ ਆਪ ਜੀ ਦੇ ਦਰ ਤੇ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਭੇਟ ਕੀਤੇ ਹਨ, ਦਰ ਤੇ ਪ੍ਰਵਾਨ ਕਰਕੇ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਨਾਲ ਹੀ ਆਪ ਜੀ ਨੂੰ ਸੁੰਦਰ ਰਮਾਲੇ ਪਹਿਨਾਏ ਗਏ ਨੇ, ਅੰਗੀਕਾਰ ਕਰਨੇ ਮਹਾਰਾਜ ਜੀਓ। ਆਪ ਜੀ ਦੇ ਸੇਵਕਾਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਸੇਵਾ ਸੰਬੰਧਾ ਬਲ ਬਖਸ਼ਣਾ, ਮਨਮਤ ਦਾ ਨਾਸ ਕਰਨਾ, ਗੁਰਮਤਿ ਦਾ ਪ੍ਰਕਾਸ਼ ਕਰਨਾ, ਅੰਗ ਸੰਗ ਸਹਾਈ ਹੋਣਾ, ਚੜ੍ਹਦੀਆਂ ਕਲਾਂ ਬਖਸ਼ਣੀਆਂ ਕਿਰਪਾ ਕਰੋ। ਪਵਿੱਤਰ ਮੁਖ ਵਾਕ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਾ। ਅਗਲਾ ਜੋ ਪ੍ਰੋਗਰਾਮ ਹੈ ਸੱਚੇ ਪਾਤਸ਼ਾਹ ਜੀ ਉਹ ਵੀ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣਾ ਜੀ। ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ख्वार होए सा मिलेंगे। वाहिगुरु नाम जहाज है चढ़े सो तरे, जो शरदा कर सेम दे गुर पारियो। जो शरदा कर सेम दे गुर पारियो तारण, बोले सो निहाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਕਾਲ ਕਲਮ ਹੁਕਮ ਹਾਥ, ਕਹਹੁ ਕੌਣ ਮੇਟ ਸਕੈ। ਈਸ ਬ੍ਰਹਮ ਗਿਆਨ ਧਿਆਨ, ਧਰਤ ਹੀਐ ਚਾਹੇ ਜਿਉ। ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੈ ਆਖੀਐ ਹੈ, ਦਰਗਹ ਪਾਵੈ ਸਾਚੀ ਮਾਣੋ। ਮਰਨ ਨ ਮੰਦਾ ਲੋਕਾ ਆਖੀਐ, ਜੇ ਮਰ ਜਾਣੈ ਸਾ ਕੋਏ। ਸੇਵਿਹੁ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਡਗਮਗ ਛਾੜ ਰੇ ਮਨ ਬੌਰਾ, ਅਬ ਤਉ ਜਰੇ ਮਰੇ ਸਿਧ ਪਾਈਐ। ਲੀਨੋ ਹਾਥ ਸਧੌਰਾ, ਗਗਨ ਦਮਾਮਾ ਬਾਜਿਓ। ਪਰਿਓ ਨਿਸ਼ਾਨ ਘਾਓ, ਖੇਤ ਜੋ ਮਾਂਡਿਓ ਸੂਰਮਾ। ਅਬ ਜੂਜਨ ਕਉ ਦਾਓ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ। ਕਬਹੁ ਨਾ ਛਾਡੈ ਖੇਤ, ਸੁਕਾਹੁ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕਾ। ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਦਾ ਸਾਹ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਗੁਰਪੂਰਾ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਆ ਤਹਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰਪੂਰਾ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਆ ਤਹਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵਹੁ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੁ। ਜੀ ਕਾ ਸੰਗ ਸਹਾਈ, ਰਹਾਉ ਨਾਰਾਇਣ ਪ੍ਰਾਣ ਆਧਾਰਾ। ਹਮ ਸੰਤ ਜਨਾ ਰੇ ਨਾਰਾ, ਪਤਿਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ। ਸਾਧ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਐ। ਬਾਹੜ ਨਾ ਜੋਨੀ ਪਾਈਐ, ਜਿਸ ਦੇਵ ਪੁਰਖ ਵਿਧਾਤਾ। ਹਰ ਰਸ ਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ। ਸੁਖ ਨਾਨਕ ਸਰਣੀ ਪਾਇਆ, ਜਿਸ ਦੇਵ ਪੁਰਖ ਵਿਧਾਤਾ। ਹਰ ਰਸ ਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ। ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਨਾਲ ਹੀ ਬੇਨਤੀ ਹੈ ਜੋ ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਪਰਿਵਾਰ ਨੂੰ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਸਿਰੋਂ ਪਾਉ ਭੇਟ ਕੀਤੇ ਜਾਣੇ ਨੇ। ਸੋ ਬੇਨਤੀ ਹੈ ਸਰਦਾਰ ਚਰਨਜੀਤ ਸਿੰਘ ਜਿਨ੍ਹਾਂ ਦਾ ਸਪੁੱਤਰ ਕਾਕਾ ਸ਼ੁਭਕਰਨ ਸਿੰਘ, ਅੱਜ ਉਹਨਾਂ ਦੀ ਆਪਾਂ ਅੰਤਮ ਅਰਦਾਸ ਵਿੱਚ ਪਹੁੰਚੇ ਆ। ਭਾਈ ਚਰਨਜੀਤ ਸਿੰਘ, ਉਹਨਾਂ ਦਾ ਛੋਟਾ ਭਰਾ ਭਾਈ ਬਲਜੀਤ ਸਿੰਘ, ਜਿਨ੍ਹਾਂ ਨੂੰ ਪਿਆਰ ਦੇ ਨਾਲ ਆਪਾਂ ਲੀਲਾ ਵੀ ਕਹਿ ਦਿੰਦੇ ਆ। ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਕੋਲ ਆ ਕੇ ਸਿਰੋਂ ਪਾਉ ਪ੍ਰਾਪਤ ਕਰਨ। ਵੱਡੀ ਭੈਣ ਅਤੇ ਛੋਟੀ ਭੈਣ ਅਤੇ ਦਾਦੀ ਮਾਂ, ਅਤੇ ਨਾਲ ਹੀ ਬੇਨਤੀ ਹੈ ਭਾਈ ਜਰਨੈਲ ਸਿੰਘ ਜੀ, ਉਹਨਾਂ ਨੂੰ ਕਿ ਇਹ 6 ਜਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਜਗਤਾਰ ਸਿੰਘ, ਉਹਨਾਂ ਦੇ ਨਾਲ ਨਗਰ ਦੇ ਨੁਮਾਇੰਦੇ ਸਿਰੋਂ ਪਾਉ ਭੇਟ ਕਰਨਗੇ। ਉਹਨਾਂ ਨੂੰ ਬੇਨਤੀ ਹੈ ਪਰਿਵਾਰ ਨੂੰ ਭਾਈ ਆਵਾਜ਼ ਸੁਣਨ ਅਨੁਸਾਰ ਉਹ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ, ਤੇ ਨਾਲ ਹੀ
ਜਥੇਦਾਰ ਗੁਰਪ੍ਰੀਤ ਸਿੰਘ ਜੀ ਚੱਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ, ਉਹਨਾਂ ਨੂੰ ਬੇਨਤੀ ਆ ਉਹ ਵੀ ਆ ਕੇ ਨਾਲ ਪਰਿਵਾਰ ਨੂੰ ਸਰੋਪਾਓ ਭੇਟ ਕਰਵਾਉਣ ਦੀ ਕਿਰਪਾਲਤਾ ਕਰਨ। ਗੁਰਦੁਆਰਾ ਅਕਾਲਸਰ ਸਾਹਿਬ ਦੇ ਪ੍ਰਧਾਨ ਭਾਈ ਰਣਜੀਤ ਸਿੰਘ, ਬਾਬਾ ਬੂਲਾ ਜੀ ਦੇ ਤਪ ਸਥਾਨ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਕਾਲਾ, ਉਹਨਾਂ ਨੂੰ ਬੇਨਤੀ ਹੈ ਉਹ ਆ ਕੇ ਭਾਈ ਸਰੋਪਾਓ ਪਰਿਵਾਰ ਨੂੰ ਭੇਟ ਕਰਨ ਦੀ ਕਿਰਪਾਲਤਾ ਕਰਨ। ਫਿਰ ਬੇਨਤੀ ਹੈ ਫਿਰ ਬੇਨਤੀ ਹੈ ਭਾਈ ਚਰਨਜੀਤ ਸਿੰਘ, ਬਲਜੀਤ ਸਿੰਘ ਲੀਲਾ, ਭਾਈ ਜਰਨੈਲ ਸਿੰਘ ਜੀ ਅਤੇ ਉਹਨਾਂ ਦੀ ਮਾਤਾ, ਸਤਿ ਸ੍ਰੀ ਅਕਾਲ, ਅਤੇ ਭਾਈ ਸ਼ੁਭਕਰਨ ਸਿੰਘ ਜੀ ਦੀ ਭੈਣ ਗੁਰਪ੍ਰੀਤ ਕੌਰ ਅਤੇ ਉਹਨਾਂ ਦੀ ਵੱਡੀ ਭੈਣ। ਬੋਲੇ ਸੋ ਨਿਹਾਲ। ਸੋ ਭੈਣ ਗੁਰਪ੍ਰੀਤ ਕੌਰ ਅਤੇ ਦਾਦੀ ਮਾਂ, ਇਹਨਾਂ ਨੂੰ ਬੇਨਤੀ ਹੈ ਕਿ ਭਾਈ ਸਟੇਜ ਦੇ ਉੱਪਰ ਆਉਣ ਦੀ ਕਿਰਪਾਲਤਾ ਕਰੋ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ। ਸਤਿ ਸ੍ਰੀ ਅਕਾਲ। ਨਾਲ ਹੀ ਭਾਈ ਜਰਨੈਲ ਸਿੰਘ ਜੀ, ਉਹਨਾਂ ਨੂੰ ਬੇਨਤੀ ਆ ਉਹ ਵੀ ਭਾਈ ਆ ਕੇ ਸਰੋਪਾਓ ਲਿਜਾਣ ਦੀ ਕਿਰਪਾਲਤਾ ਕਰਨ। ਸੋ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਵੱਲੋਂ। ਸਤਿਕਾਰਯੋਗ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ ਅਤੇ ਸਮੂਹ ਰਾਗੀ ਜਥੇ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਭਾਈ ਜਰਨੈਲ ਸਿੰਘ ਜੀ, ਸਤਿ ਸ੍ਰੀ ਅਕਾਲ। ਠੀਕ ਹੈ ਜੀ। ਸੋ ਸਾਰੀਆਂ ਸੰਗਤਾਂ ਦਾ ਬਸ 1 ਮਿੰਟ ਜਾਣੇ ਬਸ। ਸੋ ਬਹੁਤ ਬਹੁਤ ਧੰਨਵਾਦ ਆਈਆਂ ਸੰਗਤਾਂ ਦਾ। ਹੁਣ ਇਸ ਤੋਂ ਬਾਅਦ ਭਾਈ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਉਹ ਸਟੇਜ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ। ਸੋ ਜੋ ਭਾਈ ਸ਼ੁਭਕਰਨ ਸਿੰਘ ਜੀ ਅਤੇ ਭਾਈ ਚਰਨਜੀਤ ਸਿੰਘ, ਉਹਨਾਂ ਦਾ ਜਵਾਈ ਭਾਈ ਜੱਗੀ ਸਿੰਘ, ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣਾ ਸਰੋਪਾਓ ਲਿਜਾਣ ਦੀ ਕਿਰਪਾਲਤਾ ਕਰੇ। ਭਾਈ ਜੱਗੀ ਸਿੰਘ, ਪਿੰਡ ਰੱਲੀ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸਟੇਜ ਦੇ ਉੱਪਰ ਸਤਿਗੁਰਾਂ ਦੀ ਬਖਸ਼ਿਸ਼ ਪਰਿਵਾਰ ਨੂੰ ਮਿਲ ਚੁੱਕੀ ਹੈ। ਸੋ ਮੈਂ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਹਰੇਕ ਜਥੇਬੰਦੀ ਦਾ ਇੱਕੋ ਬੰਦਾ ਸਟੇਜ ਦੇ ਉੱਪਰ ਹੋਵੇ। ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਸਟੇਜ ਤੋਂ ਥੱਲੇ ਜਗ੍ਹਾ ਲਈ ਜਾਵੇ। ਹਰੇਕ ਜਥੇਬੰਦੀ ਦਾ ਇੱਕੋ ਬੰਦਾ ਸਟੇਜ ਦੇ ਉੱਪਰ। ਅੱਗੇ ਜਿਹੜੇ ਸਾਥੀ ਵੇਖੋ ਮੀਡੀਆ ਕੈਮਰਿਆਂ ਨੂੰ ਜਿਹੜਾ ਹੈਗਾ ਉਹ ਮੂਰੇ ਅੜਿੱਕਾ ਲੱਗ ਰਿਹਾ, ਬੈਠ ਜਾਓ, ਕੋਈ ਅੱਗੇ ਖੜੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਲਵਾਇਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਸਾਰੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਟੇਜ ਦੇ ਉੱਪਰ ਹਰ ਇੱਕ ਵਿਅਕਤੀ ਨੂੰ ਇੱਕੋ ਜਥੇਬੰਦੀ ਦਾ ਇੱਕੋ ਬੰਦਾ, ਇੱਕੋ ਆਦਮੀ, ਇੱਕੋ ਜਥੇਬੰਦੀ ਦਾ ਸਟੇਜ ਦੇ ਉੱਪਰ ਹੋਵੇ। ਹੱਥ ਬੰਨ੍ਹ ਕੇ ਬੇਨਤੀ ਹੈ ਬਾਕੀ ਸਾਰੇ ਆਪਣੀ ਜਿਹੜੀ ਜਗ੍ਹਾ ਹੈ ਉਹ ਸਟੇਜ ਦੇ ਮੂਹਰਲੇ ਪਾਸੇ ਪੰਡਾਲ ਦੇ ਵਿੱਚ ਲੈ ਲਓ।
ਤਾਂ ਕਿ ਇੱਕ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ, ਉਹਨੂੰ ਆਪਾਂ ਸ਼ਰਧਾਂਜਲੀ ਦੇਣ ਲਈ ਸਾਰੇ ਬੜੇ ਪਿਆਰ ਦੇ ਨਾਲ ਆਏ हैं। ਉਹ ਪਿਆਰ ਭਿੰਨੀਆਂ ਸ਼ਰਧਾਂਜਲੀਆਂ ਮਰਜ਼ਾਦਾ ਦੇ ਅੰਦਰ ਦਿੱਤੀਆਂ ਜਾਣ ਤਾਂ ਸਾਰਿਆਂ ਨੂੰ ਬਿਹਤਰ ਹੁੰਦਾ ਹੈ। ਸਤਿ ਸ੍ਰੀ ਅਕਾਲ। ਸੋ ਫਿਰ ਬੇਨਤੀ ਕਰਾਂ ਕਿ ਸਟੇਜ ਦੇ ਉੱਪਰ ਹਰ ਇੱਕ ਜਥੇਬੰਦੀ ਦਾ ਇੱਕੋ ਨੁਮਾਇੰਦਾ ਹੋਵੇ। ਬਾਕੀ ਹੱਥ ਬੰਨ ਕੇ ਬੇਨਤੀ ਹੈ ਪੰਡਾਲ ਦੇ ਵਿੱਚ ਸਾਜੋ ਮੂਰੇ ਆ ਕੇ। ਸੋ ਆਪਾਂ ਬੇਨਤੀ ਕਰਾਂ ਮੈਂ ਸਾਡੇ ਕਿਸਾਨੀ ਘੋਲ 2024 ਦੇ ਮਹਾਨ ਸ਼ਹੀਦ ਭਾਈ ਸ਼ੁਭਕਰਨ ਸਿੰਘ ਜੀ ਵੱਲੋਂ ਜੋ 21 ਫਰਵਰੀ 2024 ਨੂੰ ਖਨੌਰੀ ਬਾਰਡਰ ਦੇ ਉੱਤੇ ਕਿਰਤੀ ਲੋਕਾਂ ਦੀ ਕਿਰਤ ਦੀ ਰਾਖੀ ਕਰਦਾ ਹੋਇਆ ਨਸਲਾਂ ਫਸਲਾਂ ਦੀ ਲੜਾਈ ਨੂੰ ਲੜਦਾ ਹੋਇਆ ਕੇਂਦਰ ਸਰਕਾਰ ਦੇ ਨਾਲ ਲੋਹਾ ਲੈ ਕੇ 21 ਫਰਵਰੀ 2024 ਨੂੰ ਸ਼ਹਾਦਤ ਦੇ ਗਿਆ। ਅੱਜ ਆਪਾਂ ਪੂਰਾ ਪੰਜਾਬ ਹਰਿਆਣਾ ਨਹੀਂ ਬਲਕਿ ਦੇਸ਼ ਭਰ ਤੋਂ ਕਿਸਾਨ ਲੀਡਰ, ਕਿਸਾਨ ਲੋਕ, ਕਿਰਤੀ ਲੋਕ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਆ। ਸੋ ਬੇਨਤੀ ਹੈ ਸੋ ਸਾਰੇ ਬੈਠ ਜਾਓ। ਸ਼ੁਭਕਰਨ ਸਿੰਘ ਮਾਨ ਮੀਡੀਆ ਤੋਂ ਇਲਾਵਾ ਇਸ ਗੈਲਰੀ ਦੇ ਵਿੱਚ ਕੋਈ ਵੀ ਖੜਾ ਨਾ ਹੋਵੇ। ਸਾਡੀ ਹੱਥ ਬੰਨ ਕੇ ਬੇਨਤੀ ਹੈ, ਉਹਨਾਂ ਨੇ ਕਵਰ ਕਰਨਾ ਹੈ ਸਾਰਾ ਪ੍ਰੋਗਰਾਮ। ਗੱਲ ਨੂੰ ਚੱਲਣ ਦਿਓ, ਸਟੇਜ ਨੂੰ ਚੱਲਣ ਦਿਓ। ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ, ਖੜਾ ਨਾ ਹੋਵੇ ਕੋਈ। ਸੋ ਸ਼ੁਭਕਰਨ ਸਿੰਘ, ਉਹਨਾਂ ਦਾ ਜਨਮ 4 ਮਾਰਚ 2002 ਨੂੰ ਪਿੰਡ ਵੱਲੋ ਵਿਖੇ ਹੋਇਆ। ਪਿੰਡ ਵੱਲੋ ਵਿਖੇ ਹੋਇਆ। ਦਾਦੀ ਸਰਜੀਤ ਕੌਰ, ਪ੍ਰੀਤਮ ਕੌਰ ਉਹਨਾਂ ਦੀ ਗੋਦ ਦਾ ਸ਼ਿੰਗਾਰ ਬਣਿਆ ਸ਼ੁਭਕਰਨ ਸਿੰਘ ਵੱਲੋਂ। ਉਹਨਾਂ ਦੇ ਪਿਤਾ ਜੀ ਚਰਨਜੀਤ ਸਿੰਘ, ਉਹਨਾਂ ਦੇ ਚਾਚਾ ਜੀ ਬਲਜੀਤ ਸਿੰਘ ਮਾਨ, ਉਹਨਾਂ ਦਾ ਜਿੰਨਾ ਸਮਾਂ ਉਹਨੇ ਬਤਾਇਆ ਆਗਿਆਕਾਰੀ ਬਣ ਕੇ ਬਤਾਇਆ। ਔਰ ਉਹਦੀਆਂ ਭੈਣਾਂ ਜਸਵੀਰ ਕੌਰ ਜੱਸੂ, ਗੁਰਪ੍ਰੀਤ ਕੌਰ, ਭੈਣਾਂ ਦਾ ਛੋਟਾ ਨਿੱਕਾ ਜਿਹਾ ਪਿਆਰਾ ਭਰਾ। ਇਹਨਾਂ ਭੈਣਾਂ ਦਾ ਉਹ ਭਰਾ ਸੀ ਸ਼ੁਭਕਰਨ ਸਿੰਘ, ਜੋਸ਼ੀਲਾ 6 ਫੁੱਟ ਕੱਦ ਵਾਲਾ ਨੌਜਵਾਨ। ਪਿੰਡ ਦੇ ਇਲਾਕੇ ਦੇ ਹਰ ਸਮਾਜਿਕ ਕਾਰੋਬਾਰ ਦੇ ਵਿੱਚ ਅੱਗੇ ਹੋ ਕੇ ਸੇਵਾਵਾਂ ਦਿੰਦਾ ਸੀ। ਸ਼ੁਭਕਰਨ ਨੇ ਆਪਣੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਸ਼ੁਰੂ ਕੀਤੀ, ਜਿੱਥੇ ਉਹਨੇ ਆਪਣੀ ਪੜ੍ਹਾਈ ਕਰੀ। ਬਚਪਨ ਤੋਂ ਲੈ ਕੇ ਖੇਤੀ ਦਾ ਬੜਾ ਸ਼ੌਂਕ ਰੱਖਦਾ ਸੀ। ਉਸ ਖੇਤੀ ਦੇ ਸ਼ੌਂਕ ਨੂੰ ਪਾਲਦਾ ਪਾਲਦਾ ਉਸ ਖੇਤੀ ਨੂੰ ਕਾਰਪੋਰੇਟ ਸੈਕਟਰ ਦੇ ਚੁੰਗਲ ਚੋਂ ਬਚਾਉਂਦਾ ਬਚਾਉਂਦਾ ਆਖਰੀ 21 ਫਰਵਰੀ 2024 ਨੂੰ ਖਨੌਰੀ ਬਾਰਡਰ ਤੇ ਲੜਦਾ ਲੜਦਾ ਆ ਸਮੁੱਚੇ ਦੇਸ਼ ਦੇ ਲੋਕਾਂ ਦੇ ਵਾਸਤੇ ਸ਼ਹਾਦਤ ਪ੍ਰਾਪਤ ਕਰ ਗਿਆ। ਸੋ ਕੋਟਨ ਕੋਟ ਪ੍ਰਣਾਮ ਅੱਜ ਸਮੁੱਚੇ ਦੇਸ਼ ਦੇ ਲੋਕਾਂ ਵੱਲੋਂ ਕੋਟਨ ਕੋਟ ਪ੍ਰਣਾਮ ਉਸ ਸ਼ਹੀਦ ਨੂੰ, ਮਹਾਨ ਸ਼ਹੀਦ ਨੂੰ। ਬੇਨਤੀ ਕਰਦੇ ਹਾਂ ਸਾਊਂਡ ਵਾਲੇ ਵੀਰ ਨੂੰ
ਕਿ ਥੋੜੀ ਜਿਹੀ ਇੱਕੋ ਹੈ ਜਿਹੜੀ ਘਟਾ ਦਿੱਤੀ ਜਾਵੇ। ਬਾਕੀ ਸਾਰੇ ਬੈਠ ਜਾਓ, ਸ਼ਾਂਤੀ ਬਣਾਈ ਰੱਖੋ। ਸੋ ਜ਼ਿਆਦਾ ਸਮਾਂ ਨਾ ਲਵਾਂ, ਸਮਾਂ ਬੜਾ ਸੀਮਤ ਹੈ। ਕੁਝ ਕੁ ਬੁਲਾਰੇ ਕਿਸਾਨ ਆਗੂ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣਗੇ। ਬਹੁਤ ਸਾਰੇ ਕਿਸਾਨ ਲੀਡਰ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਰਾਜਨੀਤਿਕ ਲੀਡਰ ਵੀ ਪਹੁੰਚੇ ਆ। ਸਾਰਿਆਂ ਦਾ ਧੰਨਵਾਦ। ਮੈਂ ਬੇਨਤੀ ਕਰੂੰਗਾ ਅਮਰਜੀਤ ਸਿੰਘ ਜੀ ਮੋੜੀ ਉਹ ਆ ਕੇ ਆਪਣਾ ਸਮਾਂ ਲੈਣ। 5 ਮਿੰਟ ਲਈ ਸਾਡੇ ਮਹਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣਗੇ। ਅਮਰਜੀਤ ਸਿੰਘ ਜੀ ਮੋੜੀ, ਆਓ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਤੇ ਨਿੱਘੀ ਗੋਦ ਦੇ ਵਿੱਚ ਆਈ ਹੋਈ ਸੰਗਤ, ਸਾਡੀ ਦੁਨੀਆ ਦੇ, ਦੇਸ਼ ਦੇ ਕਿਸਾਨ ਮਜ਼ਦੂਰਾਂ ਦੇ ਸ਼ਹੀਦ ਨੂੰ ਨਮਨ ਕਰਨ ਵਾਸਤੇ ਆਏ ਹੋਏ ਸਾਰੀ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੂੰ ਸੋਚਣਾ ਪਊਗਾ, ਦੇਖਣਾ ਪਊਗਾ ਕਿ ਆਪਾਂ ਆਪਣੇ ਹੱਕਾਂ ਵਾਸਤੇ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ। ਕਹੇ ਜੀ ਜ਼ੁਲਮੀ ਸਰਕਾਰ, ਕਹੇ ਜੇ ਕਾਨੂੰਨ ਸਾਡੇ ਹੱਕ ਦੇ ਬਣਾਉਣ ਦੇ ਬਜਾਏ ਜੇ ਅਸੀਂ ਆਪਣੇ ਹੱਕ ਮੰਗਦੇ ਆਂ ਸਾਡੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ। ਆਪਾਂ ਨੂੰ ਸੋਚਣਾ ਪਊਗਾ ਕਿ ਆਪਾਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕਿਵੇਂ ਆਪਾਂ ਨੇ ਅੱਗੇ ਵਧਣਾ ਹੈ। ਕਿ ਸਾਡੇ ਬੱਚੇ ਜੇ ਆਪਣੇ ਹੱਕ ਮੰਗਣ ਜਾਂਦੇ ਆ, ਸਰਕਾਰਾਂ ਸਾਡੇ ਉੱਤੇ ਗੋਲੀਆਂ ਚਲਾਉਂਦੀਆਂ ਨੇ, ਆਪਾਂ ਨੂੰ ਵਿਚਾਰ ਕਰਨਾ ਪਊਗਾ। ਜਿਹੜੀ ਲੜਾਈ ਸਾਡਾ ਸਾਥੀ, ਸਾਡਾ ਛੋਟਾ ਵੀਰ ਸ਼ੁਭਕਰਮਨ ਸਿੰਘ ਵੱਲੋਂ ਸ਼ਹੀਦ ਹੋਇਆ ਹੈ, ਜਿਹੜੀਆਂ ਆਪਣੀਆਂ ਡਿਮਾਂਡਾਂ ਵਾਸਤੇ ਲੜਦਾ ਹੋਇਆ, ਆਪਾਂ ਨੇ ਉਹ ਕਿਵੇਂ ਪੂਰੇ ਕਰਨੇ ਨੇ, ਇਹ ਵੀ ਆਪਾਂ ਨੂੰ ਸੋਚਣਾ ਹੈ। ਉਹ ਕਹਿੰਦਾ ਸੀ ਸਾਨੂੰ ਦਿੱਲੀ ਜਾਣਾ ਹੈ, ਲਾਸਟ ਤੱਕ ਕੋਸ਼ਿਸ਼ ਕਰਨੀ ਹੈ, ਆਪਾਂ ਨੇ ਜਾਬਰ ਸਰਕਾਰਾਂ ਨੂੰ ਹਰਾਉਣਾ ਹੈ। ਕਿਸ ਤਰ੍ਹਾਂ ਦਾ ਹਰਾਉਣਾ ਹੈ ਇਹ ਵੀ ਆਪ ਲੋਕਾਂ ਨੂੰ ਸੋਚਣਾ ਪਊਗਾ। ਸੋ ਹਰਿਆਣੇ ਦੀ ਸਰਕਾਰ ਨੇ ਸਾਡੇ ਵੀਰ ਨੂੰ ਸ਼ਹੀਦ ਕੀਤਾ ਹੈ। ਭਾਰਤ ਦੀ ਸਰਕਾਰ ਨੇ ਪੈਰਾਮਿਲਟਰੀ ਫੋਰਸ ਦੀ ਗੋਲੀਆਂ ਦੇ ਨਾਲ ਸਾਡੇ ਵੀਰ ਨੂੰ ਸ਼ਹੀਦ ਕੀਤਾ ਹੈ। ਇਸ ਕਰਕੇ ਮੇਰੀ ਪੁਰਜੋਰ ਬੇਨਤੀ, ਅਪੀਲ ਹੈ ਪੂਰੇ ਦੇਸ਼ ਦੇ ਕਿਸਾਨਾਂ ਨੂੰ, ਪੂਰੇ ਦੇਸ਼ ਦੇ ਮਜ਼ਦੂਰਾਂ ਨੂੰ, ਮਜ਼ਦੂਰ ਕਿਸਾਨ ਸ਼ਕਤੀਆਂ ਨੂੰ, ਤਾਂ ਕਿ ਆਪਾਂ ਇਹਨਾਂ ਸਰਕਾਰਾਂ ਦੇ ਖਿਲਾਫ ਤਕੜੇ ਹੋ ਕੇ ਲੜੀਏ। ਇਹ ਸਰਕਾਰਾਂ ਸਾਡੇ ਰਾਸਤੇ ਨਾ ਰੋਕ ਸਕਣ, ਇਹ ਸਰਕਾਰਾਂ ਸਾਡੇ ਖਿਲਾਫ ਕੋਈ ਕਾਨੂੰਨ ਨਾ ਬਣਾ ਸਕਣ। ਅੱਜ ਤੱਕ ਤਾਂ ਆਪਣੇ ਗਲ ਦੇ ਵਿੱਚ ਲਹੇ ਹੋਏ ਇਹਨਾਂ ਨੇ ਜਿਹੜੇ ਕਾਨੂੰਨ ਸਾਡੇ ਖਿਲਾਫ ਬਣਾਏ, ਉਹਨਾਂ ਵਾਸਤੇ ਲੜਦੇ ਰਹੇ। ਅੱਜ ਤਾਂ ਆਪਾਂ ਆਪਣੀ ਪ੍ਰਾਪਤੀ ਦਾ ਕਾਨੂੰਨ ਬਣਵਾਉਣ ਵਾਸਤੇ ਅੰਦੋਲਨ ਕਰ ਰਹੇ ਹਾਂ। ਮੇਰੀ ਬੇਨਤੀ ਆ ਸਾਰੇ ਲੋਕਾਂ ਨੂੰ, ਆਪਾਂ ਨੇ ਤਕੜੇ ਹੋ ਕੇ ਲੜਨਾ ਹੈ। ਉੱਥੇ ਇਸ ਮੌਕੇ ਦੀ ਸਰਕਾਰ ਨੂੰ, ਪਹਿਲਾਂ ਵੀ ਇਤਿਹਾਸ ਦੇ ਵਿੱਚ ਸਰਕਾਰਾਂ ਨੇ ਬੜੇ ਜ਼ੁਲਮ ਜ਼ਬਰ ਕੀਤੇ ਨੇ, ਲੇਕਿਨ ਪੜ੍ਹ ਲੈਣਾ ਚਾਹੀਦਾ ਹੈ, ਦੇਖ ਲੈਣਾ ਚਾਹੀਦਾ ਹੈ, ਵਾਚ ਲੈਣਾ ਚਾਹੀਦਾ ਇਹਨਾਂ ਸਰਕਾਰਾਂ ਨੂੰ ਇਤਿਹਾਸ ਤੋਂ, ਕਿ ਇਹ ਭੁਗਤਣੇ ਵੀ ਪੈਂਦੇ ਹੈ। ਉਹਨਾਂ ਦੇ ਕਿਸੇ ਦੇ ਦੀਵੇ ਬਾਲਣ ਵਾਲੇ ਵੀ ਨਹੀਂ ਰਹੇ। ਸ਼ਹੀਦਾਂ ਦੇ ਮੜੀਆਂ ਤੇ ਹਰ ਸਾਲ ਮੇਲੇ ਵੀ ਲੱਗਦੇ ਨੇ, ਪ੍ਰੋਗਰਾਮ ਵੀ ਹੁੰਦੇ ਨੇ, ਹਮੇਸ਼ਾ ਉਹ ਯਾਦ ਰੱਖੇ ਜਾਂਦੇ ਨੇ। ਸਾਡੀ ਕੌਮ ਦੀ ਖਾਸੀਅਤ ਇਹੀ ਆ, ਸਾਡਾ ਖੋਇਆ ਹੋਇਆ ਸ਼ਹੀਦ ਅਸੀਂ ਕਦੇ ਵੀ ਭੁੱਲਿਆ ਨਹੀਂ ਹੈ। ਉਹ ਕੋਈ ਲੜਾਈ ਲੜੀ ਆ, ਆਪਾਂ ਨੇ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਹੈ। ਉਹਨਾਂ ਦੇ ਕਮਲਾਂ ਤੇ ਚੱਲਣਾ ਹੈ, ਉਹਨਾਂ ਦੀ ਸੋਚੀ ਹੋਈ ਨੀਤੀਆਂ ਤੇ ਆਪਾਂ ਨੇ ਵਧਣਾ ਹੈ, ਆਪਣੀ ਜ਼ਿੰਦਗੀਆਂ ਲਾ ਦੇਣੀਆਂ ਹਨ। ਸੋ ਪੂਰੀ ਦੁਨੀਆ ਸਾਡੇ ਸ਼ਹੀਦ ਨੂੰ ਯਾਦ ਕਰੇਗੀ। ਉਹਨਾਂ ਦੇ ਪਾਏ ਹੋਏ ਪੂਰਨਾਂ ਨੂੰ ਅੱਗੇ ਚਾਲੂ ਰੱਖ ਕੇ ਆਪਾਂ ਨੇ ਲੜਾਈ ਜਿੱਤਣੀ ਹੈ। ਹਰਿਆਣੇ ਦੀ ਸਰਕਾਰ ਨੇ ਜਿੱਥੇ ਧੱਕਾ ਕੀਤਾ ਹੈ, ਮੈਂ ਹਰਿਆਣਾ ਅੰਬਾਲਾ ਤੋਂ ਸੱਚ ਜਾਣਿਓ, ਇਹ ਸਰਕਾਰਾਂ ਨੂੰ ਭੁਗਤਣਾ ਪੈਣਾ ਹੈ ਜਿਹੜਾ ਜ਼ਬਰ ਜ਼ੁਲਮ ਸਰਕਾਰਾਂ ਨੇ ਕੀਤਾ ਹੈ। ਲੇਕਿਨ ਆਪ ਲੋਕਾਂ ਨੂੰ ਵੀ ਮਿਲ ਕੇ ਇਹ ਅੰਦੋਲਨ ਲੜਨਾ ਪਊਗਾ ਤਾਂ ਕਿ ਆਪਾਂ ਇਹ ਪ੍ਰਾਪਤੀ ਕਰ ਸਕੀਏ। ਇੰਨੀ ਕੁ ਬੇਨਤੀਆਂ ਪ੍ਰਵਾਨ ਕਰੋ। ਕੀਮਤ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਅਮਰਜੀਤ ਸਿੰਘ ਮੋੜੀ, ਸ਼ਹੀਦ ਭਗਤ ਕਿਸਾਨ ਯੂਨੀਅਨ ਹਰਿਆਣਾ, ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇ ਕੇ ਗਏ। ਹੁਣ ਮੈਂ ਬੇਨਤੀ ਕਰੂੰ ਬਲਦੇਵ ਸਿੰਘ ਜੀ ਸਿਰਸਾ, ਉਹ ਆ ਕੇ ਸ਼ਰਧਾਂਜਲੀ ਭੇਂਟ ਕਰਨ ਮਹਾਨ ਸ਼ਹੀਦ ਸ਼ੁਭਕਰਨ ਜੀ ਨੂੰ।
ਬਲਦੇਵ ਸਿੰਘ ਜੀ ਸਿਰਸਾ, ਸਮਾਂ 3 ਮਿੰਟ ਜੀ। ਆਓ ਜੀ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਹਾਨ ਸਪੁੱਤਰ, ਮਹਾਨ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਮ ਅਰਦਾਸ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੈ ਕਿ 13 ਫਰਵਰੀ ਨੂੰ ਅਸੀਂ ਜੋ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਵੱਲੋਂ ਲਾਗੂ ਕਰਾਉਣ ਵਾਸਤੇ ਚੱਲੇ, ਰਸਤੇ ਦੇ ਵਿੱਚ ਜਿਸ ਤਰ੍ਹਾਂ ਰੋਕਿਆ ਗਿਆ, ਜੋ ਦੀਵਾਰਾਂ ਕੱਢੀਆਂ ਗਈਆਂ, ਜੋ ਜ਼ਾਲਮ ਸਰਕਾਰਾਂ ਵੱਲੋਂ ਆਪਣੇ ਦਰਿੰਦਿਆਂ ਦੇ ਰਾਹੀਂ ਜੋ ਸਾਡੇ ਬੱਚਿਆਂ ਦੇ ਉੱਤੇ, ਸ਼ਾਂਤਮਈ ਸੰਘਰਸ਼ ਕਰਦਿਆਂ ਦੇ ਉੱਤੇ ਜੋ ਗੋਲੀਆਂ ਦੀਆਂ ਵਿਛਾੜਾਂ ਕੀਤੀਆਂ ਗਈਆਂ, ਜੋ ਕਿ ਇਸ ਤਰ੍ਹਾਂ ਕਦੀ ਵੀ ਨਹੀਂ ਹੋ ਸਕਦਾ। ਪਰ ਉਸ ਸਾਡੇ ਹੋਣਹਾਰ ਪੁੱਤਰ ਤੇ ਜੋ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ, ਉਹ ਅਤੇ ਜਿਸ ਤਰ੍ਹਾਂ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਤੇ ਕੇਂਦਰ ਸਰਕਾਰ ਦੇ ਗੁੰਡੇ ਫੋਰਸਾਂ ਵੱਲੋਂ, ਗੁੰਡਿਆਂ ਵੱਲੋਂ ਜਿਸ ਤਰ੍ਹਾਂ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਲੰਗਰਾਂ ਦੀ ਸੇਵਾ ਕਰਦੇ ਨੂੰ ਚੁੱਕ ਕੇ ਲੈ ਗਏ, ਬੋਰੀਆਂ ਦੇ ਵਿੱਚ ਪਾ ਕੇ ਜਿਸ ਤਰ੍ਹਾਂ ਕੁੱਟਿਆ ਗਿਆ, ਇਹਦੇ ਪਿੱਛੇ ਕੀ ਕਾਰਨ ਹੈ? ਮੇਰੇ ਤੋਂ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਇਹਦੇ ਪਿੱਛੇ ਕਾਰਨ ਕੀ ਹੈ। ਮੈਂ ਬੇਨਤੀ ਕਰਾਂ ਕਿ ਵਿਸਤਾਰ 'ਚ ਨਹੀਂ ਜਾਣਾ, ਇੱਕੋ ਹੀ ਮਿੰਟ 'ਚ ਗੱਲ ਕਰਾਂਗਾ। ਮੈਂ ਉਹਨੂੰ ਜਵਾਬ ਦਿੱਤਾ ਸੀ ਕਿ ਜੂਨ ਨੂੰ 1984, ਨਵੰਬਰ 1984 ਜੋ ਵਰਤਾਰਾ ਵਰਤਿਆ ਔਰ ਜਿਸ ਮਕਸਦ ਨੂੰ ਉਦੋਂ ਮੁੱਖ ਰੱਖ ਕੇ ਉਸ ਵਕਤ ਦੇ ਦੇਸ਼ ਦੀ ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਨੂੰ ਟਾਰਗੇਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ ਕੌਮ ਨੂੰ ਬਦਨਾਮ ਕਰਕੇ, ਤਸ਼ੱਦਦ ਤੇ ਜ਼ੁਲਮ ਕਰਕੇ, ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ, ਉਸ ਤੋਂ ਬਾਅਦ ਜੋ 1985 ਚ ਇਲੈਕਸ਼ਨਾਂ ਹੋਈਆਂ, ਜਿਨ੍ਹਾਂ ਬਹੁਮਤ ਉਸ ਵਕਤ ਰਾਜੀਵ ਗਾਂਧੀ ਨੂੰ ਮਿਲਿਆ, ਉਹਨਾਂ ਬਹੁਮਤ ਨਾ ਉਹਦੀ ਮਾਤਾ ਨੂੰ ਮਿਲਿਆ ਸੀ ਤੇ ਨਾ ਹੀ ਜਦੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਨੂੰ ਮਿਲਿਆ ਸੀ। ਉਸੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਮੋਦੀ ਉਸ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆ ਉਹਨੇ 26 ਨਵੰਬਰ ਨੂੰ ਸਾਨੂੰ ਪੰਜਾਬ ਬਾਰਡਰ ਤੇ ਰੋਕਿਆ, ਪੰਜਾਬ ਬਾਰਡਰ ਤੱਕ ਕ੍ਰਾਸ ਕਰ ਗਏ, ਹਰਿਆਣੇ ਤੋਂ ਅੱਗੇ ਨਹੀਂ ਜਾਣ ਦਿੱਤਾ। ਇਸ ਵਾਰੀ ਵੀ ਉਹਨੇ ਸਾਨੂੰ ਪੰਜਾਬ ਤੋਂ ਅੱਗੇ ਹਰਿਆਣੇ 'ਚ ਐਂਟਰ ਨਹੀਂ ਹੋਣ ਦਿੱਤਾ। ਇਹਦੇ ਪਿੱਛੇ ਇੱਕੋ ਇੱਕ ਮਕਸਦ ਕਿ ਪੰਜਾਬ ਨੂੰ ਟਾਰਗੇਟ ਕਰੋ, ਇਹਨਾਂ ਦੇ 200-400 ਮਾਰੋ, ਬਾਕੀ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਕੇ, ਬਲੈਕਮੇਲ ਕਰਕੇ। ਤੇ 2024 ਜਿਸ ਤਰ੍ਹਾਂ 1984 ਤੇ ਅੱਜ 2024, ਇਹ ਸਾਨੂੰ ਵਿਚਾਰਨਾ ਪਏਗਾ, ਬੈਠ ਕੇ ਸੋਚਣਾ ਪਵੇਗਾ ਕਿ ਇਹ ਅਤਿਆਚਾਰ ਤੇ ਜ਼ੁਲਮ ਪੰਜਾਬ ਤੇ ਕਿਉਂ ਹੁੰਦੇ ਨੇ। ਇਹ ਜਿੰਨਾ ਚਿਰ ਅਸੀਂ ਵਿਚਾਰ ਕੇ ਬੈਠਾਂਗੇ ਨਹੀਂ, ਵਿਚਾਰਾਂਗੇ ਨਹੀਂ, ਉਹਨਾਂ ਚਿਰ ਹੱਲ ਨਹੀਂ। ਸੋ ਉਸ ਮਹਾਨ ਪੁੱਤਰ ਨੂੰ ਸ਼ਹੀਦ ਨੂੰ ਸ਼ਹਾਦਤ ਦਿੰਦਾ ਹੋਇਆ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਉਸ ਪਰਿਵਾਰ ਨੂੰ ਚੜ੍ਹਦੀ ਕਲਾ ਔਰ ਇਹ ਜੋ ਐਡਾ ਵੱਡਾ ਹਾਦਸਾ ਵਾਪਰਿਆ, ਇਹ ਸਹਿਣ ਕਰਨ ਦਾ ਬਖਸ਼ਿਸ਼ ਕਰੇ ਤੇ ਹਰ ਪ੍ਰੀਤਪਾਲ ਸਿੰਘ ਦੇ ਜੋ ਕਿ ਇਸ ਟਾਈਮ ਤੇ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹੈ, ਉਹਨੂੰ ਤੇ ਬਾਕੀ ਜ਼ਖਮੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਤੇ ਇਹ ਮੋਰਚਾ ਅਸੀਂ ਸਾਰੇ ਰਲ ਕੇ ਤੇ ਇਹ ਲੜੀਏ। ਇਹੀ ਸੱਚੀ ਸ਼ਰਧਾਂਜਲੀ ਹੈ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਬਹੁਤ ਸਾਰੇ ਹੋਰ ਵੀ ਕਿਸਾਨ ਆਗੂ ਅੱਜ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਹੈ, ਜਿਨ੍ਹਾਂ ਵਿੱਚ ਰਣਜੀਤ ਸਿੰਘ ਜੀ ਰਾਜੂ ਰਾਜਸਥਾਨ, ਮਨਜੀਤ ਸਿੰਘ ਜੀ ਰਾਏ, ਗੁਰਧਿਆਨ ਸਿੰਘ ਪਟੇੜੀ, ਸਤਨਾਮ ਸਿੰਘ ਜੀ ਬਹਿਰੂ ਬਜ਼ੁਰਗ ਆਗੂ ਨੇ, ਬਲਵੰਤ ਸਿੰਘ ਜੀ ਬਹਿਰਾਮ ਕੇ, ਹੋਰ ਵੀ ਬਹੁਤ ਸਾਰੇ ਕਿਸਾਨ ਆਗੂ ਜਿਹੜੇ ਸਾਡੇ ਪਹੁੰਚੇ ਹੈ। ਸਾਰਿਆਂ ਨੂੰ ਸਮਾਂ ਜਿਹੜਾ ਨਹੀਂ ਦਿੱਤਾ ਜਾਂਦਾ। ਹੁਣ ਮੈਂ ਬੇਨਤੀ ਕਰੂੰਗਾ ਪੀਟੀ ਜੌਨ ਕੇਰਲਾ ਤੋਂ ਉਹ ਆਉਣ। ਪੀਟੀ ਜੌਨ ਜੀ ਕੇਰਲਾ ਤੋਂ ਉਹ ਆਉਣ। ਸਮੇਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਸਾਰੇ ਹੀ ਸ਼ਰਧਾਂਜਲੀ ਦੇਣ ਵਾਲੇ ਸਾਡੇ ਆਗੂਆਂ ਨੂੰ ਬੇਨਤੀ ਹੈ ਕਿ ਸਮੇਂ ਵੱਲ ਵਿਸ਼ੇਸ਼ ਧਿਆਨ ਰੱਖੋ। ਸਮਾਂ 3 ਮਿੰਟ ਹੈ ਜੀ। ਪੀਟੀ ਜੌਨ ਸਮਾਂ 3 ਮਿੰਟ ਜੀ। ਇਸ ਤੋਂ ਅਗਲੇ ਬੁਲਾ ਰਹੇ ਅਭਿਮਨਿਊ ਕਹਾੜੋ ਤਿਆਰ ਰਹਿਣ। ਆਓ ਜੀ।
ladies and gentlemen, with my deepest condolence, Shaheed Sukhcharan Singh. I'm John, Kisan Mazdoor Morcha, Kerala. I came here to say my condolences. This struggle of farmers from Punjab and Haryana is taking place not for Punjab and Haryana. We know that this fight is for whole of India, for whole farmers. You got MSP for gehu, rice, sugarcane. We, the southern part, we don't get any MSP except rice. So this fight is for us. So on behalf of Kerala farmers, I declare my solidarity and deepest condolences. The government is treating us in a very brutal manner, and we should resist the struggle with all non-violent methodology. We never take a violent step. We will continue the struggle non-violence way. In 2020, the struggle was an Indian struggle. I'll tell the central government, this struggle is not an Indian struggle. This is an international struggle. Now, 10 countries, Poland, Brazil, Germany, 10 countries is in the farmers' struggle. So this is not a single struggle. This is an international struggle. This struggle is for the food sovereignty. The government should come under us. The farmers and the workers will succeed in this struggle. So I'm stopping my word. The entire farmers, the workers, the Adivasis, everybody will join in this struggle, and this will be the new liberation of India. Thank you. ਧੰਨਵਾਦ ਜੀ। ਕੁਝ ਸ਼ੋਕਮਤੇ ਆਏ ਹੈ। ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਉਹਨਾਂ ਵੱਲੋਂ ਸ਼ੋਕਮਤਾ ਆਇਆ ਹੈ। ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ, ਉਹਨਾਂ ਵੱਲੋਂ ਵੀ ਸ਼ੋਕਮਤਾ ਆਇਆ ਹੈ। ਹੁਣ ਮੈਂ ਬੇਨਤੀ ਕਰੂੰਗਾ ਮੰਨੂ ਕਹਾੜ ਜੀ ਨੂੰ, ਉਹ ਆਉਣ। ਸਮਾਂ ਉਹਨਾਂ ਦਾ 4 ਮਿੰਟ ਹੈ ਤੇ ਉਸ ਤੋਂ ਅੱਗੇ ਦਿਲਵਾਰਾ ਸਿੰਘ ਜੀ ਹਰੀਗੜ੍ਹ, ਉਹ ਤਿਆਰ ਰਹਿਣ ਜੀ। ਆਓ ਜੀ। श्री गुरु ग्रंथ साहिब जी की रहनुमाई में इस अंतिम अरदास में शामिल भारत के कोने कोने से आए हुए किसान भाइयों, मेरी माताओं, बहनों, नौजवानों, सबसे पहले आपको हरियाणा की धरती से हाथ जोड़ के राम राम। 21 तारीख को हमारे भाई शहीद शुभकरण सिंह जी को हमारी आंखों के सामने उनको गोली मारी गई, और जब उनको फर्स्ट एड के लिए, मेडिकल एड के लिए लेके आया गया मेडिकल कैंप में, तो मैं और लखविंदर सिंह औलख जी हम वहीं खड़े थे। हमारे हाथों में से वो भाई आगे गए। कभी जीवन में सोचा नहीं था कि हमारे इस आजाद मुल्क में दोबारा से जलियांवाला बाग कांड अपनी आंखों से देखने को मिलेगा। कभी सोचा नहीं था कि जनरल डायर कोई दोबारा देखने को मिलेगा। जिस जलियांवाला बाग कांड के बारे में, जिस जनरल डायर के बारे में पढ़ते थे और सुनते थे, 21 तारीख को खनौरी बॉर्डर पे अपनी आंखों से भी वो देख लिया। ये कभी उम्मीद नहीं करी थी। आज भी हमारे भाई शहीद शुभकरण सिंह जी की
वो तस्वीर आंखों के सामने से हटती नहीं है। वो उनकी मुड़ी हुई गर्दन और वो कुछ हाथ भी नहीं हिला रहे थे, आज भी वो आंखों के सामने रहती है। साथियों, ये सरकार हमारी मांगे तो पूरी कर ही नहीं रही। 13 फरवरी से आंदोलन चल रहा है, सरकार हमारे जड़े पे नमक छिड़कने का काम कर रही है। जिस अजय मिश्रा टैनी ने लखीमपुर खीरी में 4 किसानों और एक पत्रकार को अपनी गाड़ियों के नीचे रौंद दिया, उसको दोबारा से टिकट दी जाती है। और हैरानी नहीं होनी चाहिए, हो सकता है कि 2024 नहीं तो 2029 और 2029 नहीं तो 2034 में ये भाजपा वाले आगे चुनाव की टिकट उस ड्यूटी मजिस्ट्रेट, उस अधिकारी को भी दे सकते हैं जिसने 21 तारीख को खनौरी बॉर्डर पे गोलियां चलवा के हमारे भाई शहीद शुभकरण सिंह को शहीद किया। ये इतने बेशरम लोग आज सत्ता में बैठे हैं। सरकार को यदि कोई वहम है तो सरकार अपना वहम निकाल दे। आने वाले समय में आंदोलन और तेज किया जाएगा, देश के कोने कोने तक आंदोलन लेके जाएंगे। और चाहे 2024 के चुनाव की आचार संहिता लग जाए, चाहे 2029 के चुनाव की आचार संहिता लग जाए, चाहे 2034 के चुनाव की आचार संहिता लग जाए, जिन मांगों को पूरा कराने के लिए हमारे भाई शुभकरण सिंह ने अपनी कुर्बानी दी है, उन मांगों को पूरा कराने के लिए यह मोर्चा जारी रहेगा, शरीर के अंतिम सांस तक जारी रहेगा। मोर्चा खत्म तभी होगा, मोर्चा खत्म तभी होगा जब हमारी 12 की 12 मांगे पूरी करी जाएंगी। उससे पहले मोर्चा जारी रहेगा, मोर्चा चालू रहेगा। और अंत में उस परमात्मा से, उस वाहेगुरु से, उनके चरणों में ये प्रार्थना करते, अरदास करते हैं कि इस 22 साल के नौजवान को, 2 बहनों के इकलौते भाई को अपने चरणों में स्थान दें, इनकी आत्मा को शांति दें और हमें इतनी ताकत दें कि हम आज ये संकल्प ले सकें कि जिन मांगों के लिए हमारे भाई ने कुर्बानी दी, उन मांगों को पूरा कराने के लिए और शहीद शुभकरण सिंह की सोच पे मजबूती से पहरा देने के लिए हम डटे रहें। बहुत बहुत शुक्रिया। श्री वाहिगुरु जी का खालसा, श्री वाहिगुरु जी की फतेह। ਧੰਨਵਾਦ ਜੀ। ਮਹਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਅਵਤਾਰ ਸਿੰਘ ਫਕਰ ਸਰ ਪ੍ਰਧਾਨ ਸਾਬਕਾ ਸੈਨਿਕ ਭਲਾਈ ਵਿੰਗ ਰਜਿਸਟਰ ਮੁਕਤਸਰ ਸਾਹਿਬ ਉਹ ਵੀ ਪਹੁੰਚੇ ਹੋਏ ਹੈ। ਕਿਸਾਨ ਆਗੂ ਰਵਿੰਦਰਨ ਤਾਮਿਲਨਾਡੂ ਤੋਂ ਉਹ ਵੀ ਪਹੁੰਚੇ ਹੋਏ ਨੇ। ਮੈਂ ਬੇਨਤੀ ਕਰਾਂ ਦਿਲਬਾਗ ਸਿੰਘ ਹਰੀਗੜ੍ਹ ਉਹ ਆਪਣਾ ਕੇ ਸਮਾਂ ਲੈਣ, ਸਮਾਂ 3 ਮਿੰਟ ਹੈ। ਇਸ ਤੋਂ ਬਾਅਦ ਸੁਖਜਿੰਦਰ ਸਿੰਘ ਖੋਸਾ ਤਿਆਰ ਰਹਿਣ ਜੀ। ਆਓ ਜੀ ਦਿਲਬਾਗ ਸਿੰਘ। ਕਿਸਾਨ ਅੰਦੋਲਨ 2 ਦੇ ਮਹਾਨ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਵੱਖ-ਵੱਖ ਸੂਬਿਆਂ ਤੋਂ ਪਧਾਰੇ ਬਹੁਤ ਹੀ ਸਤਿਕਾਰਯੋਗ ਸਾਡੇ ਕਿਸਾਨ ਭਰਾ, ਸਾਡੀਆਂ ਮਾਤਾਵਾਂ ਭੈਣਾਂ ਤੇ ਮੰਚ ਤੇ ਬਿਰਾਜਮਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੇਸ਼ ਜਿਹਦੇ ਵਿੱਚ ਅਸੀਂ ਆਪਣੀਆਂ ਜ਼ਿੰਦਗੀਆਂ ਬਸਰ ਕਰ ਰਹੇ ਹਾਂ, ਇਸ ਮੁਲਕ ਦੇ ਵਿੱਚ ਸਾਡੇ ਦੇਸ਼ ਦੇ ਹਾਕਮ ਇਹ ਪ੍ਰਚਾਰ ਕਰਦੇ ਆ ਕਿ ਭਾਰਤ ਦੇਸ਼ ਸਭ ਤੋਂ ਵੱਡਾ ਜਮਹੂਰੀਅਤ ਦਾ ਚੈਂਪੀਅਨ ਦੇਸ਼ ਹੈ। ਉਹ ਦਾਅਵੇ ਕਰਦੇ ਆ ਕਿ ਹਰ ਇੱਕ ਨੂੰ ਇੱਥੇ ਆਪਣੀ ਗੱਲ ਰੱਖਣ ਦੀ ਖੁੱਲ੍ਹ ਹੈ, ਆਜ਼ਾਦੀ ਹੈ, ਧਾਰਮਿਕ ਆਜ਼ਾਦੀ ਹੈ, ਸਮਾਜਿਕ ਆਜ਼ਾਦੀ ਹੈ, अपने विचार पेश करने की आज़ादी है, रोस प्रदर्शन करने की आज़ादी है। पर आ किसानी अंदोलन ने साडे मनां दे विचों शंके दूर कीते है कि भारत देश लोकतंत्र का देश नहीं है, ये डिकटेटरशिप का देश है। क्योंकि निहत्थे लोकां दे उत्ते राज करने वाले लोग इस तरह गोलियां चलाउणगे ते केंद्री सड़कों के उत्ते बड़े बड़े कंधां खड़ियां करके सानू साडी राजधानी च वड़न तो रोकणगे। ये भरावो कदे सुपने विच नहीं सोचा होना। चीन के बार्डर की तरह उन्ने प्रबंध चीन के बार्डर ते नहीं, पाकिस्तान के बार्डर ते नहीं, जिन्ने खनौरी के बार्डर ते, अपने शंभू के बार्डर ते वक्खो वक्खरे बार्डरां दे उत्ते राज करन वाले लोकां ने कीते होए है। जानी साडे शांतमई किसानां नूं रोकण वास्ते अथरू गए दे गोले सुट्टे गए है।
ਜਿਹੜੇ ਆਪਣੀ ਮਿਆਦ ਪੁਗਾ ਚੁੱਕੇ ਐ। ਰਬੜ ਦੀਆਂ ਗੋਲੀਆਂ ਇੱਥੋਂ ਤੱਕ 12 ਬੋਰ ਤੇ SLR ਦੀਆਂ ਸਿੱਧੀਆਂ ਗੋਲੀਆਂ ਸਾਡੇ ਕਿਸਾਨਾਂ ਤੇ ਬਰਾਈਆਂ। ਸਾਡੇ 6 ਕਿਸਾਨ ਸ਼ਹੀਦ ਹੋਏ ਐ, ਸੈਂਕੜੇ ਕਿਸਾਨ ਫੱਟੜ ਹੋਏ ਐ ਤੇ ਦਰਜਨਾਂ ਵਹੀਕਲ ਸਾਡੇ ਭੰਨੇ ਐ। ਇਸ ਕਰਕੇ ਇਸ ਲੋਕਤੰਤਰ ਦੇ ਵਿੱਚ ਸਾਡੇ ਵਾਸਤੇ ਸਵਾਲ ਖੜਾ ਹੈ। ਸਮੂਹ ਅਥਰੂ ਗਏ ਦੇ ਉਹ ਗੋਲੇ ਸੁੱਟੇ ਗਏ ਐ ਜਿਹੜੇ ਆਪਣੀ ਐ। ਰਬੜ ਦੀਆਂ ਗੋਲੀਆਂ ਇੱਥੋਂ ਤੱਕ 12 ਬੋਰ ਤੇ SLR ਦੀਆਂ ਸਿੱਧੀਆਂ ਗੋਲੀਆਂ ਸਾਡੇ ਕਿਸਾਨਾਂ ਤੇ ਬਰਾਈਆਂ। ਸਾਡੇ 6 ਕਿਸਾਨ ਸ਼ਹੀਦ ਹੋਏ ਐ, ਸੈਂਕੜੇ ਵਿਚਾਰ ਸਰਵਣ ਕਰੋ ਜੀ। ਤੇ ਨਾਲ ਹੀ ਸੰਗਤ ਨੂੰ ਬੇਨਤੀ ਹੈ, ਜੇ ਪਾਸੇ ਤੁਰ ਫਿਰ ਰਹੀ ਹੈ, ਸਾਰੀ ਸੰਗਤ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਉਹ ਭਾਈ ਸੇਵਾ ਕਰਨ, ਤੇ ਬਾਕੀ ਜਿਹੜੀ ਸੰਗਤ ਵਾਧੂ ਫਿਰ ਰਹੀ ਆ ਉਹ ਪੰਡਾਲ ਦੇ ਵਿੱਚ ਆ ਕੇ ਸਜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਤਰ ਹੋ ਰਹੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਪ ਸਾਰੇ ਅੱਜ ਦੇ ਸਮਾਗਮ ਦੇ ਵਿੱਚ ਇਕੱਠੇ ਹੋ ਰਹੇ ਹੋ। ਜੋ ਕੁਝ ਦਿਨ ਪਹਿਲਾਂ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਨੌਜਵਾਨ ਭਰਾ ਸਰਦਾਰ ਸੁਭਕਰਨ ਸਿੰਘ ਜੀ ਮੌਕੇ ਦੀ ਹਕੂਮਤ ਦੀ ਗੋਲੀ ਦਾ ਸਾਹਮਣਾ ਕਰਦਿਆਂ ਹੋਇਆਂ ਇਸ ਦੁਨੀਆ ਤੋਂ ਸਰੀਰ ਕਰਕੇ ਚਲੇ ਗਏ। ਅੱਜ ਉਹਨਾਂ ਦੀ ਇਸ ਅੰਤਮ ਅਰਦਾਸ ਦੇ ਵਿੱਚ, ਇਸ ਗੁਰਮਤਿ ਸਮਾਗਮ ਦੇ ਵਿੱਚ ਜਿੰਨੇ ਵੀ ਦੂਰੋਂ ਨੇੜਿਓਂ ਸੰਗਤਾਂ ਦੇ ਰੂਪ ਵਿੱਚ ਗੁਰਮੁਖ ਪਿਆਰੇ ਪਹੁੰਚ ਰਹੇ ਹੋ, ਸਾਰੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ। ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ, ਅੰਤਮ ਅਰਦਾਸ ਦੇ ਵਿੱਚ ਜੁੜੀਏ। ਉਸ ਤੋਂ ਬਾਅਦ ਇਸੇ ਹੀ ਸਟੇਜ ਤੇ ਜੋ ਕਿਸਾਨ ਆਗੂ ਹਨ, ਉਹਨਾਂ ਆਗੂ ਸਾਹਿਬਾਨਾਂ ਵੱਲੋਂ ਜੋ ਅੱਜ ਦੇ ਕਰੰਟ ਮਸਲੇ ਨੇ, ਅੱਜ ਦੇ ਜੋ ਮੌਕੇ ਦੇ ਹਾਲਾਤ ਨੇ, ਉਹਨਾਂ ਹਾਲਾਤਾਂ ਬਾਰੇ ਵਿਚਾਰਾਂ ਕੀਤੀਆਂ ਜਾਣੀਆਂ ਨੇ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ, ਪ੍ਰੇਮ ਭਾਵਨਾ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਫਤਿਹ ਬੁਲਾਈਏ। ਪਿਆਰ ਵਿੱਚ ਭਿੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਬਾਣੀ ਦਾ ਹੁਕਮ ਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ।
ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਇਹ ਸ਼ਬਦਾਂ ਤੋਂ ਸਾਨੂੰ ਇਹ ਸਿੱਧ ਹੁੰਦਾ ਕਿ ਜੋ ਮੌਤ ਆ ਇਹ ਬਿਲਕੁਲ ਅਟਲ ਸਚਾਈ ਆ। ਜਿੰਨੇ ਵੀ ਜੀਵ ਇਸ ਧਰਤੀ ਤੇ ਪਤਾਲ ਆਕਾਸ਼ ਜੀਵ ਜਨਮ ਲੈਂਦੇ ਨੇ, ਉਹਨਾਂ ਨੇ ਇੱਕ ਦਿਨ ਇੱਥੋਂ ਚਲੇ ਵੀ ਜਾਣਾ, ਪਰ ਜਾਣ ਦੇ ਵਿੱਚ ਅੰਤਰ ਆ। ਉਹ ਅੰਤਰ ਕੀ ਆ? ਉਹ ਤੁਹਾਡੇ ਅੱਜ ਸਾਹਮਣੇ ਆ। ਜੋ ਅੰਤਰ ਹੈ, ਜਾਣਾ ਸਭ ਨੇ, ਇਹ ਗੱਲ ਖਤਮ ਆ, ਪਰ ਜਾਣ ਵਿੱਚ ਅੰਤਰ ਕੀ ਆ? ਉਹ ਅੰਤਰ ਇਹ ਹੈ ਕਿ ਜਿਹੜੇ ਪਰਮੇਸ਼ਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਣੀ ਜ਼ਿੰਦਗੀ ਦੀਨ ਅਤੇ ਦੁਨੀਆ ਦੇ ਲਈ, ਦੀਨ ਪਲੱਸ ਦੁਨੀਆ ਦੇ ਲਈ ਕੁਝ ਭਲੇ ਦੇ ਕਾਰਜ ਕਰਕੇ ਜਾਂਦੇ ਨੇ, ਉਹਨਾਂ ਦਾ ਇਸ ਜਗਤ ਵਿੱਚੋਂ ਜਾਣਾ ਸਫਲ ਹੋ ਜਾਂਦਾ। ਸਤਿਗੁਰਾਂ ਦੀ ਪਾਵਨ ਬਾਣੀ ਦਾ ਹੁਕਮ ਵੀ ਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਮਾਲਕ ਨੇ ਬਖਸ਼ਿਸ਼ ਕੀ ਕੀਤੀ ਆ? ਦੁਨੀਆ ਦੇ ਵਿੱਚ ਵੱਡਾ ਕੌਣ ਆ? ਪਾਤਸ਼ਾਹ ਦੀ ਬਾਣੀ ਪੜ੍ਹਦੇ ਆ, ਵੱਡੇ ਵੱਡੇ ਜੋਦੀ ਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਮਾਇਆ ਵਡਿਆਈ। ਅਸਲ ਦੇ ਵਿੱਚ ਕੌਣ ਵੱਡਾ? ਦੁਨੀਆ ਦੀ ਨਿਗਾਹ 'ਚ ਤਾਂ ਆਪਾਂ ਨੂੰ ਪਤਾ ਲੱਗ ਗਿਆ ਨਾ ਵੱਡਾ ਕੌਣ ਆ। ਜਿਹਦੇ ਕੋਲ 4 ਪੈਸੇ ਨੇ, ਸਮਾਜ ਉਹਨਾਂ ਨੂੰ ਵੱਡਾ ਕਹਿੰਦਾ। ਕੌਣ ਵੱਡਾ? ਮਾਇਆ ਵਡਿਆਈ। ਤੇ ਜਿਨ੍ਹਾਂ ਨੂੰ ਸਮਾਜ ਵੱਡਾ ਕਹਿੰਦਾ, ਸ਼ਾਇਦ ਨਹੀਂ, ਜਿਹੜਾ ਕੱਲ ਅਜਾਮਲ ਦੇ ਰੂਪ ਵਿੱਚ ਸੀ, ਪਰ ਜਦੋਂ ਉਹ ਪਰਮੇਸ਼ਰ ਨਾਲ ਜੁੜ ਗਿਆ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਉਹਦਾ ਧਿਆਨ ਜੁੜ ਗਿਆ, ਪਰ ਐਟ ਏ ਟਾਈਮ ਉਹਦੇ ਜੁੜੇ ਹੋਏ ਧਿਆਨ ਨੇ ਪਰਮਾਤਮਾ ਦੇ ਨਾਲ ਜੁੜ ਕੇ ਸਦਾ ਲਈ ਦੁਨੀਆ ਤੋਂ ਹਮੇਸ਼ਾ ਦੇ ਲਈ ਸ਼ਾਬਾਸ਼ ਖੱਟ ਲਈ। ਭਾਵੇਂ ਉਹਦਾ ਪਿਛੋਕੜ ਪਾਪੀ ਆ, ਅਜਾਮਲ ਪਾਪੀ ਜਗ ਜਾਣੈ, ਪਰ ਜਦੋਂ ਸਰੀਰਕ ਅੰਤ ਹੋਇਆ ਨਾ, ਉਸ ਟਾਈਮ ਤੇ ਪਰਮੇਸ਼ਰ ਪਰਮਾਤਮਾ ਨੂੰ ਯਾਦ ਕੀਤਾ, ਉਹਦੇ ਨਾਲ ਆਪਣਾ ਧਿਆਨ ਜੋੜਿਆ, ਪਰ ਉਹਦਾ ਮਰਨਾ ਸਹਿਲਾ ਮਰਨਾ ਬਣ ਗਿਆ। ਉਹਦਾ ਮਰਨਾ ਦੁਨੀਆ ਤੇ ਮਹਾਨ ਬਣ ਗਿਆ। ਉਹਦਾ ਮਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ ਲਿਖਵਾ ਗਿਆ। ਸੱਜਣ ਠੱਗ ਭਾਵੇਂ ਦੁਨੀਆ ਵਿੱਚੋਂ ਨੇ ਬਹੁਤ ਜ਼ਿਆਦਾ ਠੱਗੀਆਂ ਮਾਰੀਆਂ ਨੇ, ਪਰ ਪਿਆਰ ਵਾਲੋ ਚੇਤੇ ਰੱਖਿਓ, ਅੰਤ ਗੁਰੂ ਨਾਲ ਜੁੜ ਕੇ ਹੋਇਆ। ਜਿਹੜਾ ਅੰਤ ਗੁਰੂ ਨਾਲ ਜੁੜ ਕੇ ਹੋਇਆ ਨਾ, ਫਿਰ ਵਾਹਿਗੁਰੂ ਭਲਾ ਕਰੇ, ਉਹ ਦੁਨੀਆ ਦੇ ਵਿੱਚ ਕਦੇ ਵੀ ਖਤਮ ਨਹੀਂ ਹੁੰਦੇ। ਉਹ ਦੁਨੀਆ ਦੇ ਵਿੱਚ ਸਦਾ ਅਮਰ ਰਹਿੰਦੇ ਨੇ, ਜਿਉਂਦੇ ਰਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਆਪਾਂ ਬਹੁਤ ਵਾਰੀ ਇਹ ਸ਼ਬਦ ਪੜ੍ਹੇ ਨੇ, ਅਤ ਸੁੰਦਰ ਕੁਲੀਨ ਚਤਰ ਮੁਕ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ। ਆ ਗੱਲ ਵੱਲ ਧਿਆਨ ਦਿਓ। ਕਹਿੰਦੇ ਦਰ ਅਸਲ ਉਹ ਮਰਿਆ ਹੋਇਆ ਜਿਹੜਾ ਇਨਸਾਨ ਪਰਮਾਤਮਾ ਨੂੰ ਟੁੱਟ ਚੁੱਕਿਆ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਭਾਵੇਂ ਬੰਦੇ ਕੋਲ 5 ਗੁਣ ਹੋਣ, ਅਤੀ ਸੁੰਦਰ ਵੀ ਹੋਵੇ, ਬਹੁਤ ਜ਼ਿਆਦਾ ਉੱਚੀ ਕੁਲ ਦੇ ਵਿੱਚ ਪੈਦਾ ਹੋਇਆ ਹੋਵੇ, ਚਤਰ ਬਹੁਤ ਹੋਵੇ, ਚਲਾਕ ਬਹੁਤ ਹੋਵੇ, ਤੇ ਪਰ ਪਿਆਰ ਵਾਲਿਓ ਚਲਾਕ ਬਹੁਤ
ਅਤੀ ਸੁੰਦਰ ਉੱਚੀ ਕੁਲ ਚ ਪੈਦਾ ਹੋਇਆ, ਤੇ ਪਰ ਅਗਲੀ ਗੱਲ ਕੀ ਕਹੀ ਆ, ਮੁਖ ਦੇ ਵਿੱਚ ਗਿਆਨ ਵੀ ਹੋਵੇ। ਇੱਕ ਤਾਂ ਦਿਲ ਚ ਗਿਆਨ ਆ ਨਾ, ਸ਼ੁਭ ਗਿਆਨ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਗਿਆਨ ਆ। ਤੇ ਮਾਫ ਕਰਨਾ, ਗੱਲ ਚੇਤੇ ਰੱਖੋ, ਕਈ ਵਾਰ ਦੁਨੀਆ ਆਪਣੀ ਚਲਾਕੀ ਨੂੰ ਗਿਆਨ ਮੰਨ ਲੈਂਦੀ ਆ। ਕਈ ਵਾਰ ਕਾਂ ਬਿਰਤੀ ਦਾ ਮਨੁੱਖ ਆਪਣੀ ਕਾਂ ਬਿਰਤੀ ਨੂੰ, ਆਪਣੀ ਚਲਾਕ ਬਿਰਤੀ ਨੂੰ ਸਿਆਣਪ ਮੰਨ ਬੈਂਦਾ ਭੁਲੇਖੇ ਦੇ ਵਿੱਚ, ਪਰ ਉਹ ਸਿਆਣਪ ਨਹੀਂ ਹੁੰਦੀ ਗੀ। ਸਿਆਣਪ ਕੀ ਆ? ਸਿਆਣਪ ਇਹ ਆ, ਜੇ ਗੱਲ ਨੂੰ ਸਮਝਿਆ ਜਾਵੇ, ਜੇ ਗੱਲ ਨੂੰ ਸਮਝਾਇਆ ਜਾਵੇ। ਪਰ ਚਲਾਕੀ ਬਿਰਤੀ ਨੇ ਕਿੱਥੋਂ ਤੱਕ ਗੱਲਾਂ ਭੇਜਤੀਆਂ ਉਹ ਤੁਹਾਡੇ ਸਾਹਮਣੇ ਆ। ਚਲਾਕੀਆਂ ਨਹੀਂ ਭੇਜੀਆਂ ਨਾ, ਕੰਡਿਆਲੀਆਂ ਤਾਰਾਂ, ਵੱਡੇ ਵੱਡੇ ਬੰਨ, ਵੱਡੇ ਵੱਡੇ ਪਿੱਲਰ ਕੱਢ ਦਿੱਤੇ, ਹੱਦਾਂ ਬਣਾ ਦਿੱਤੀਆਂ, ਉਹ ਸਿਰਫ ਚਲਾਕੀਆਂ ਨੇ। ਪਰ ਜੇ ਸਿਆਣਪ ਹੋਵੇ ਨਾ, ਤੇ ਪਿਆਰ ਵਾਲੋ ਚੇਤੇ ਰੱਖਿਓ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਨਾ ਜਿਹੜਾ, ਇੱਕ ਵਾਰ ਇਹਨਾਂ ਲੋਕਾਂ ਨੂੰ ਪੜ੍ਹ ਲੈਣਾ ਚਾਹੀਦਾ ਕਿਹੋ ਜਿਹਾ ਰਾਜ ਸੀ, ਉਹਨਾਂ ਦੀ ਬਿਰਤੀ, ਉਹਨਾਂ ਦਾ ਸਚਿਆਰਾਪਣ ਕਿਹੋ ਜਿਹਾ ਸੀ। ਪਰ ਨਹੀਂ, ਦਰਅਸਲ ਇਹ ਚਲਾਕੀਆਂ ਕਰਕੇ ਦੁਨੀਆ ਨੂੰ ਹਰਾਉਣਾ ਚਾਹੁੰਦੇ ਨੇ, ਖਾਸ ਕਰਕੇ ਸਿੱਖਾਂ ਨੂੰ, ਖਾਸ ਕਰਕੇ ਪੰਜਾਬੀਆਂ ਨੂੰ। ਪਰ ਪਿਆਰ ਵਾਲੋ ਚੇਤਾ ਰੱਖਿਓ, ਚਲਾਕ ਬਿਰਤੀ ਔਰੰਗਜ਼ੇਬ ਦੀ ਨੇ। ਗੁਰੂ ਨੂੰ ਤਾਂ ਕੀ ਖਰੀਦਣਾ ਸੀ, ਗੁਰੂ ਨੂੰ ਤਾਂ ਕੀ ਹਰਾਉਣਾ ਸੀ। ਕਿਸੇ ਗੁਰੂ ਦੇ ਇੱਕ ਸਿੱਖ ਦਾ ਐਸਾ ਜੀਵਨ ਨਹੀਂ ਤੁਸੀਂ ਪੜ੍ਹਿਆ ਸੁਣਿਆ ਹੋਵੇਗਾ ਜਿਹੜਾ ਔਰੰਗਜ਼ੇਬ ਅੱਗੇ ਹਰ ਗਿਆ ਹੋਵੇ। ਚਲਾਕ ਬਿਰਤੀ, ਤਾਈਓ ਗੁਰੂ ਸਾਹਿਬ ਨੇ ਕਿਹਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਪਰ ਦਰਅਸਲ ਪੰਜੇ ਗੁਣ ਨੇ, ਪਰ ਇੱਕ ਗੁਣ ਨਹੀਂ ਹੈ। ਉਹ ਕਿਹੜਾ? ਉਹਦੀ ਪ੍ਰੀਤ ਨਹੀਂ ਹੈ ਰੱਬ ਦੀ। ਉਹ ਰੱਬ ਵਾਲੇ ਕੰਮ ਸਾਰੇ ਆਪ ਕਰਨੇ ਚਾਹੁੰਦਾ, ਰੱਬ ਨੂੰ ਪਾਸੇ ਕਰਨਾ ਚਾਹੁੰਦਾ। ਪਰ ਇਹ ਬਹੁਤ ਵੱਡਾ ਭੁਲੇਖਾ। ਤੁਸੀਂ ਸੋਚੋਗੇ ਰੱਬ ਨੂੰ ਕਿਵੇਂ ਪਾਸੇ ਕਰਨਾ ਚਾਹੁੰਦਾਗਾ? ਅੱਜ ਤੱਕ ਸਾਡਾ ਸਮਾਜ, ਸਾਡੀ ਦੁਨੀਆ, ਸਾਡਾ ਇਹ ਜਗਤ, ਇਹ ਗੱਲ ਤਾਂ ਸਾਡੀ ਜ਼ੁਬਾਨ ਤੇ ਹੈ ਨਾ, ਅੰਨਦਾਤਾ। ਪਰਮੇਸ਼ਰ ਪਰਮਾਤਮਾ ਸਭ ਨੂੰ ਦਾਤਾਂ ਦਿੰਦਾ। ਪਰਮੇਸ਼ਰ ਪਰਮਾਤਮਾ ਨੇ ਹਰ ਇੱਕ ਚੀਜ਼ ਆਪ ਪੈਦਾ ਕੀਤੀ ਆ। ਪਰ ਵਾਹਿਗੁਰੂ ਭਲਾ ਕਰੇ, ਰਸਤੇ ਦੇ ਵਿੱਚ ਉਹਨੇ ਇੱਕ ਉਸ ਮਨੁੱਖ ਨੂੰ ਪਾਇਆ, ਸੰਨ ਚ ਪਾਇਆ। ਕਿਸ ਮਨੁੱਖ ਨੂੰ? ਜਿਸ ਮਨੁੱਖ ਨੇ ਦੁਨੀਆ ਦੇ ਲਈ ਭਲੇ ਦੇ ਕੰਮ ਕੀਤੇ, ਅੰਨ ਉਗਾਇਆ। ਅੰਨ ਉਗਾਉਣਾ ਹੈ, ਆਪਣੇ ਸਮਾਜ ਦੇ ਵਿੱਚ ਭਲੇ ਦੇ ਕੰਮ ਕਰਨੇ ਨੇ। ਉਹਨੂੰ ਰਸਤੇ 'ਚ, ਉਹਨੂੰ ਸੰਨ ਚ ਪਾ ਕੇ ਤੇ ਉਹਨੂੰ ਆਪਣੇ ਵਾਲਾ ਨਾਮ ਦੇ ਦਿੱਤਾ, ਅੰਨ ਉਗਾਉਣ ਵਾਲਾ, ਅੰਨਦਾਤਾ। ਤੇ ਹੁਣ ਪਿਆਰ ਵਾਲਿਓ ਚੇਤਾ ਰੱਖਿਓ, ਇਹ ਏਦੂ ਵੱਡੀ ਚਲਾਕੀ ਕੀ ਹੋ ਸਕਦੀ ਆ? ਦਾਤੇ ਨੂੰ ਪਾਸੇ ਕਰਕੇ, ਅੰਨ ਪਲੱਸ ਦਾਤਾ, ਅੰਨ ਦਾਤੇ ਨੂੰ ਪਾਸੇ ਕਰਕੇ ਇਹ ਦੁਨੀਆ ਜਿੱਤਣੀ ਚਾਹੁੰਦੀ ਆ। ਇਹ ਸਰਕਾਰ ਦੁਨੀਆ ਨਹੀਂ ਜਿੱਤ ਸਕਦੀ, ਭਾਵੇਂ ਅੱਜ, ਭਾਵੇਂ ਕੱਲ, ਭਾਵੇਂ ਪਰਸੋਂ ਹੋਵੇ। ਪਰ ਜਦੋਂ ਨੂੰ ਜਿੱਤਣਾ ਚਾਹਣਗੇ ਉਦੋਂ ਨੂੰ ਖੁਦ ਖਤਮ ਹੋ ਜਾਣਗੇ, ਉਦੋਂ ਨੂੰ ਖੁਦ ਖਤਮ ਹੋ ਜਾਣਾ ਇਹਨਾਂ ਨੇ। ਇਹ ਭੁਲੇਖਾਗਾ। ਔਰੰਗਜ਼ੇਬ ਵੀ ਸੋਚਦਾ ਸੀ ਅੱਜ, ਕੱਲ, ਪਰਸੋਂ, ਪਰ ਉਹਦੀ ਪਰਸੋਂ ਨਹੀਂ ਆਈ, ਉਹਦੀ ਕੱਲ ਨਹੀਂ ਆਏਗੀ। ਆਖਰਕਾਰ ਆਪਾਂ ਨੂੰ ਪਤਾ ਦੁਨੀਆ ਚੋਂ ਖਤਮ ਹੋ ਗਿਆ। ਜਹਾਂਗੀਰ ਬਾਦਸ਼ਾਹ ਵਰਗੇ ਦੁਨੀਆ ਚੋਂ ਖਤਮ ਹੋ ਗਏ, ਸਿਕੰਦਰ ਵਰਗੇ ਦੁਨੀਆ ਚੋਂ ਖਤਮ ਹੋ ਗਏ, ਰਾਵਣ ਵਰਗੇ ਦੁਨੀਆ ਚੋਂ ਖਤਮ ਹੋ ਗਏ ਪਿਆਰ ਵਾਲਿਓ। ਪਰ ਜਿਹੜੀਆਂ ਉਹਨਾਂ ਦੀਆਂ ਬਿਰਤੀਆਂ ਸੀ, ਉਹਨਾਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੇਗੇ। ਇਸੇ ਕਰਕੇ ਮੇਰੇ ਮਾਲਕ ਨੇ ਕਿਹਾ, ਫਿਰ ਭਾਈ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਪ੍ਰੀਤ ਪਰਮਾਤਮਾ ਨਾਲ ਨਹੀਂ ਹੈ। ਹੁਣ ਇਹ ਗੱਲ ਧਿਆਨ 'ਚ ਰੱਖਿਓ, ਪਰਮਾਤਮਾ ਨਾਲ ਪ੍ਰੀਤ ਕੀ ਹੈ, ਇਹ ਨੋਟ ਕਰਿਓ ਗੱਲ। ਕਿਸੇ ਵੀ ਇੱਕ ਮਨੁੱਖ ਦੇ, ਆਪਾਂ ਇੱਕ ਫਿਰਕੇ ਦੇ, ਇੱਕ ਧਰਮ ਦੇ, ਇੱਕ ਧਰਮੀ ਪੱਖ ਨੂੰ ਵੇਖ ਲਓ। ਮੰਨ ਲਵੋ ਅੱਜ ਦੇ ਸਮੇਂ 'ਚ, ਅਜੋਕੇ ਵਕਤ 'ਚ, ਆਪਾਂ ਆਪਣੇ ਦੀ ਗੱਲ ਲਾ ਲਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ
ਸਿੱਖਾਂ ਸਾਰੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰਫ ਐਵੇਂ ਜਿਵੇਂ ਆਪਣਾ ਧਰਮ ਦੇ ਨਾਂ ਤੇ ਕਰਮ ਕਰਕੇ, ਧਰਮ ਦੇ ਨਾਂ ਤੇ ਕਰਮ ਕਰਕੇ ਆਪਾਂ ਆਪਣੇ ਆਪ ਨੂੰ ਕੀ ਧਰਮੀ ਕਹਾ ਸਕਦੇ ਆ, ਜਿਹੜੀ ਗੱਲ ਆਪਣੀ ਚੱਲ ਰਹੀ ਸੀ? ਨਹੀਂ। ਉਹਦੇ ਪਿੱਛੇ ਕਾਰਨ, ਰੀਜ਼ਨ ਕੀ ਆ? ਵੀ ਗੁਰੂ ਦੀ ਗੱਲ ਨੂੰ ਮੰਨਣਾ ਪੈਣਾ। ਧਰਮ ਦੇ ਨਾਂ ਤੇ ਕਰਮ ਕਰਕੇ ਨਹੀਂ, ਦੁਨੀਆ ਦੇ ਵਿੱਚੋਂ ਪ੍ਰਮਾਤਮਾ ਨੂੰ ਵੇਖਣਾ ਪੈਣਾ। ਵਿੱਚ ਦੁਨੀਆ ਸੇਵ ਕਮਾਈ ਹੈ, ਆ ਦੁਨੀਆ ਵਿੱਚ ਰਹਿ ਕੇ। ਸ਼ਾਇਦ ਇਸ ਗੱਲ ਨੂੰ ਭੁੱਲ ਕੇ ਇਨਸਾਨ ਆਪਣੀ ਜ਼ਿੰਦਗੀ ਨੂੰ ਅੱਜ ਇਉਂ ਕਹਿ ਸਕਦੇ ਆ ਵੀ ਬਰਬਾਦ ਕਰ ਰਿਹਾ ਹੈਗਾ, ਆਪਣੀ ਜ਼ਿੰਦਗੀ ਨੂੰ ਸ਼ਾਇਦ ਅੱਜ ਖਤਮ ਕਰ ਰਿਹਾ ਹੈਗਾ, ਪਰ ਇਹ ਬਹੁਤ ਵੱਡਾ ਭੁਲੇਖਾ। ਪਰ ਹੋਣਾ ਕੀ ਸੀ? ਹੋਣਾ ਇਹੀ ਸੀ, ਇਸ ਗੱਲ ਨੂੰ ਸਮਝਣਾ ਸੀ। ਕਿਹੜੀ ਗੱਲ ਨੂੰ? ਕਿ ਜੋ ਗੁਰੂ ਕਹਿੰਦਾ ਮੈਂ ਉਹ ਸੁਣ ਕੇ ਸਮਝ ਲਵਾਂ, ਮੰਨ ਲਵਾਂ, ਗੁਰੂ ਦੇ ਆਖੇ ਲੱਗ ਜਾਵਾਂ। ਉਹ ਬਚਨ ਕਿਹੜੇ ਸੀ? ਆਪਾਂ ਸਾਕੀ ਵਾਰ ਦੇ ਵਿੱਚੋਂ ਪੜ੍ਹਦੇ ਆ ਨਾ, ਮਾਲਕ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ, ਇਹ ਜੱਗ ਸੱਚੇ ਕੀ ਹੈ ਕੋਠੜੀ। ਹੁਣ ਅਸੀਂ ਇੱਕ ਥਾਂ ਤੇ ਖੜ ਗਏ, ਉਹ ਕੋਈ ਵੀ ਥਾਂ ਹੋ ਸਕਦੀ ਆ, ਉਹ ਮੈਂ ਜਗ੍ਹਾ ਇੱਥੇ ਛੱਡਤੀ, ਤੁਸੀਂ ਆਪਣੇ ਵੱਲੋਂ ਖਾਲੀ ਥਾਂ ਭਰ ਲਿਓ। ਸਿੱਖ, ਹਿੰਦੂ, ਮੁਸਲਮ, ਈਸਾਈ, ਜੈਨੀ, ਬੋਧੀ, ਕਿਸੇ ਵੀ ਇੱਕ ਧਰਮ ਦੇ ਨਾਂ ਦੇ ਨਾਲ ਗੱਲ ਜੋੜ ਕੇ ਵੇਖ ਲਿਓ, ਉਹ ਤੁਹਾਡੀ ਆਪਣੀ ਇੱਛਾ ਹੋਵੇਗੀ। ਪਰ ਪਿਆਰ ਵਾਲਿਓ, ਚੇਤਾ ਰੱਖਿਓ, ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਇਸ ਦੁਨੀਆ ਦੇ ਵਿੱਚ, ਆ ਜਗਤ ਦੇ ਵਿੱਚ ਰੱਬ ਵਸਦਾਗਾ। ਪਰ ਚੇਤੇ ਰੱਖਿਓ, ਇਸ ਜਗਤ ਵਿੱਚ ਰੱਬ ਵਸਦਾ ਉਹਨਾਂ ਨੂੰ ਦਿਸੇਗਾ ਜਿਨ੍ਹਾਂ ਦੇ ਅੰਦਰੋਂ ਸ਼ੈਤਾਨੀਅਤ ਖਤਮ ਹੋਵੇਗੀ। ਜਿਨ੍ਹਾਂ ਦੇ ਅੰਦਰ ਸ਼ੈਤਾਨੀਅਤ ਆ, ਜਿਨ੍ਹਾਂ ਦੇ ਅੰਦਰ ਚਲਾਕੀਆਂ ਨੇ, ਜਿਨ੍ਹਾਂ ਦੇ ਅੰਦਰ ਕਿਬ ਸਚਿਆਰਾ ਹੋਈ ਹੈ, ਉਹ ਸਚਿਆਰਾ ਬਣਨ ਦੀ ਅਜੇ ਤੱਕ ਭਾਵਨਾ ਹੀ ਨਹੀਂ ਬਣੇਗੀ, ਉਹਨਾਂ ਨੂੰ ਪਰਮੇਸ਼ਰ ਨਹੀਂ ਦਿੰਦਾਗਾ। ਜਗਤ ਵਿੱਚੋਂ ਉਹਨਾਂ ਨੂੰ ਹੀ ਪਰਮਾਤਮਾ ਪਰਮੇਸ਼ਰ ਦਿਸਦਾ। ਕਿਹਨਾਂ ਨੂੰ? ਜਿਨ੍ਹਾਂ ਦੇ ਅੰਦਰ ਸੱਚ ਹੈ, ਜਿਨ੍ਹਾਂ ਦੇ ਅੰਦਰ ਸਿਆਣਪ ਹੈ, ਜਿਨ੍ਹਾਂ ਅੰਦਰ ਚਲਾਕੀਆਂ ਨਹੀਂ, ਜਿਨ੍ਹਾਂ ਅੰਦਰ ਸਿਆਣਪ ਆ, ਉਹਨਾਂ ਨੂੰ ਪਰਮੇਸ਼ਰ ਪਰਮਾਤਮਾ ਦੇ ਇਸ ਜਗਤ ਵਿੱਚੋਂ ਦਰਸ਼ਨ ਹੁੰਦੇ ਨੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਮਾਫ ਕਰਨਾ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਆਰਤੀਆਂ ਤਾਂ ਉਹ ਵੀ ਬਹੁਤ ਕਰਦੇ ਹੋਣਗੇ। ਜਿਨ੍ਹਾਂ ਨੇ ਗੋਲੀਆਂ ਚਲਾ ਕੇ ਸ਼ੁਭ ਕਰਨ ਵਰਗਿਆਂ ਨੂੰ ਇਸ ਦੁਨੀਆ ਤੋਂ ਸਰੀਰ ਕਰਕੇ ਖਤਮ ਕਰ ਦਿੱਤਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਦਾ ਲਈ ਅਮਰ ਹੋ ਜਾਣਗੇ। ਇਹ ਤਾਂ ਦੁਨੀਆ ਦੇ ਲਈ ਕੁਰਬਾਨੀ ਕਰਕੇ ਗਿਆ ਨੌਜਵਾਨ, ਪਰ ਇੱਥੇ ਤਾਂ ਜਿਨ੍ਹਾਂ ਨੇ ਸੱਚ ਦੇ ਆਧਾਰ ਤੇ ਹਾਂ ਦਾ ਨਾਰਾ ਵੀ ਮਾਰਤਾ ਨਾ, ਸਿੱਖ ਕੌਮ ਨੇ ਤਾਂ ਉਹਨਾਂ ਦਾ ਵੀ ਕਰਜ਼ਾ ਆਪਣੇ ਸਿਰ ਤੇ ਨਹੀਂ ਰੱਖਿਆ। ਮੋਤੀ ਰਾਮ ਮੇਰੇ ਵਰਗਿਆਂ ਨੂੰ ਵੀ ਇਸ ਦੁਨੀਆ ਦੇ ਵਿੱਚ ਰੋਸ਼ਨ ਕਰ ਦਿੱਤਾ। ਇੱਥੇ ਮਲੇਰ ਕੋਟਲੀਏ, ਸ਼ੇਰ ਖਾਂ ਵਰਗਿਆਂ ਨੂੰ ਵੀ ਦੁਨੀਆ ਦੇ ਵਿੱਚ ਅਮਰ ਕਰ ਦਿੱਤਾ, ਜਿਨ੍ਹਾਂ ਨੇ ਸਿਰਫ ਤੇ ਸਿਰਫ ਇੱਕ ਹਾਂ ਦਾ ਨਾਰਾ ਮਾਰਿਆ, ਪਰ ਉਹ ਭੁੱਲ ਗਏ। ਉਹਨਾਂ ਨੇ ਪੱਖ ਨੂੰ ਵੇਖਿਆ ਹੀ ਨਹੀਂ ਵੀ ਅਸੀਂ ਕੇਵਲ ਇੱਕ ਜਗ੍ਹਾ ਤੇ ਇੱਕ ਧਰਮ ਦੇ ਕਿਸੇ ਕਮਰੇ ਅੰਦਰ ਵੜ ਕੇ ਧਰਮੀ ਮੰਨ ਰਹੇ ਆ। ਇਵੇਂ ਨਹੀਂ ਧਰਮੀ ਬਣਿਆ ਜਾਂਦਾ। ਧਰਮ ਤਾਂ ਦੁਨੀਆ ਦੇ ਵਿੱਚ ਵਿਚਰ ਕੇ ਕਮਾਇਆ ਜਾਂਦਾ, ਬਣਿਆ ਨਹੀਂ ਜਾਂਦਾ। ਸ਼ਾਇਦ ਉਹਨਾਂ ਨੇ ਤਾਈਓ ਆਪਣੇ ਵੱਲੋਂ ਅੱਜ ਤੱਕ ਪਿਛਲੇ ਸਮੇਂ ਤੋਂ ਲੈ ਕੇ ਧੱਕਾ, ਜ਼ੁਲਮ ਕੀਤਾ ਜਾ ਰਿਹਾ। ਇੱਕ ਨਹੀਂ, ਸ਼ੁਭ ਵਰਗੇ ਕਿੰਨੇ ਹੀ ਨੌਜਵਾਨ ਥੋੜੇ ਟਾਈਮ ਦੇ ਵਿੱਚ ਸਾਡੇ ਸਮਾਜ ਦੇ ਵਿੱਚੋਂ ਚਲੇ ਗਏ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੇ ਸੱਚੇ ਦਾ ਇਸ ਇਨਸਾਨੀਅਤ ਦੇ ਵਿੱਚ ਵਾਸਾਗਾ, ਇਸ ਮਨੁੱਖਤਾ ਦੇ ਵਿੱਚ ਵਾਸਾਗਾ, ਤਾਂ ਪਿਆਰ ਵਾਲੋ ਚੇਤਾ ਰੱਖਿਓ, ਫਿਰ ਉਹਨਾਂ ਨੇ ਆਪਣੇ ਵੱਲੋਂ ਰੱਬ ਤੇ ਗੋਲੀਆਂ ਚਲਾਈਆਂ ਨੇ। ਉਹਨਾਂ ਨੇ ਧੱਕਾ ਕੀਤਾ, ਰੱਬ ਤੇ ਧੱਕਾ ਕੀਤਾਗਾ। ਉਹਨਾਂ ਨੇ ਕਿਸੇ ਇਨਸਾਨ ਤੇ ਨਹੀਂ ਕੀਤਾ। ਜੇ ਸਮਝ ਗਏ ਤਾਂ
नहीं शायद सानू एक दूजे की शक्ल एक दूजे का शरीर केवल ते केवल मनुखा शरीर लगता, पर इहदे अंदर बैठा तां परमात्मा ना। पर जिहड़ा किसानी तबके नाल जुड़िया होया उहदे नाल तां आपां नूं पता ना, दुनिया भी ये गल कहंदी आ भी अन्नदाता गा, ते पर गुरु ने भी सानू दस दिता, दुनिया ने भी दस दिता, पर जे अजे भी अन्नदाते नू ना समझिया ते फिर सानू पता भी सानू इदां दे खमियाजे जरूर भुगतने पैणगे। ओ भी समझण आपां भी समझ गए। गल सारी सियाणप ते खड़ी आ, गल सारी सचियारेपण ते खड़ी आ, गल सारी बस समझ ते खड़ी आ। ओ धक्के नाल मनवाउणा चाहुंदे ने, ਅਸੀਂ ਮੰਨਣਾ नहीं ਚਾਹੁੰਦੇ। बस ਇੱਥੇ ਮਨਵਾਉਣ ਦਾ ਵਿਸ਼ਾ ਨਹੀਂ, ਇੱਥੇ ਸਮਝਾਉਣ ਦਾ ਵਿਸ਼ਾ। ਪਰ ਜੇ ਕਿਤੇ ਕਾਸ਼ ਉਹ ਲੋਕ ਇਹ ਸਮਝ ਜਾਣ, ਭਾਵਨਾ ਇਹ ਸਮਝ ਜਾਣ ਦੁਨੀਆ ਦਾ ਪੱਖ ਵੀ ਅੱਜ ਅਸੀਂ ਕੀ ਕਰ ਰਹੇ ਹਾਂ, ਕਿੱਥੇ ਗੋਲੀਆਂ ਚਲਾ ਰਹੇ ਹਾਂ, ਸ਼ਾਇਦ ਸਾਡੇ ਹੱਲ ਹੋ ਸਕਦੇ ਨੇ। ਪਰ ਨਹੀਂ, ਜੋ ਹਿੰਡ ਨਾਲ ਦਬਾਉਣਾ ਚਾਹੁੰਦੇ ਨੇ ਤਾਂ ਇਹ ਕੌਮ ਦਬਣ ਵਾਲੀ ਵੀ ਨਹੀਂ ਹੈ। सो चलो जिन्नियां कापां बेनतियां कीतियां, गुरमुख जन्म सवार दरगह चलिया, सच्ची दरगह जाए, सच्चा पिड़ मल्लिया। शुभ करन वर्गे नौजवान अपना दुनिया दे विच सच्ची मिच्ची सच्चा पिड़ बना के गए। पिड़ मतलब थां, इस दुनिया दे विचों अपना थां बना के गए ने। जिहड़ी आपां अंतिम अरदास दे विच हर एक अरदास दे विच एक बचन करदे हुंदे ना, किहड़ा हे वाहिगुरू जी इस विछड़ी हुई आत्मा नूं अपने चरनां विच निवास बख्शी। शायद ਉਹ ਨਿਵਾਸ ਤਾਂ ਅਰਦਾਸ ਤੋਂ ਪਹਿਲਾਂ ਮਨੁੱਖ ਦੇ ਕਰਮ ਨੇ, ਮਨੁੱਖ ਦੇ ਗੁਣਾਂ ਨੇ, ਮਨੁੱਖ ਦੀ ਕੁਆਲਿਟੀ ਨੇ ਬਣਾਉਣਾ ਹੁੰਦਾ। ਸ਼ਾਇਦ ਬਾਅਦ ਵਿੱਚ ਤਾਂ ਮਾਲਕ ਭਲਾ ਕਰੇ ਉਹ ਇੱਕ ਰਸਮ ਹੈ। ਪਰ ਸ਼ੁਭ ਕਰਨ ਵਰਗੇ ਨੌਜਵਾਨ ਹੱਕਾਂ ਲਈ ਲੜਦਿਆਂ ਹੋਇਆਂ ਦੁਨੀਆ ਤੋਂ ਸ਼ਹੀਦੀ ਦਾ ਜਾਮ ਪੀ ਕੇ ਆਪਣੀ ਥਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੱਲੋ ਵਿੱਚ ਸਦਾ ਲਈ ਪੂਰੀ ਦੁਨੀਆ ਦੇ ਵਿੱਚ ਆਪਣਾ ਥਾਂ ਬਣਾ ਕੇ ਚਲੇ ਗਏ। ਆਓ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਹੈੱਡ ਕਥਾਵਾਚਕ ਤਖਤ ਸ੍ਰੀ ਦਮਦਮਾ ਸਾਹਿਬ, ਉਹਨਾਂ ਦੇ ਨਾਲ ਰਾਗੀ ਜਥਾ ਉਹ ਆਪਣੇ ਕੋਲੇ ਪਹੁੰਚ ਚੁੱਕਿਆ। ਰਹਿੰਦਾ ਸਮਾਂ ਉਹਨਾਂ ਨੇ ਆਪਣੀਆਂ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਪਾਉਣੀ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆਂ ਦੇ ਵਿੱਚ, ਹਜ਼ੂਰੀ ਦੇ ਵਿੱਚ ਜਿੰਨੇ ਵੀ ਆਸੇ-ਪਾਸੇ ਦਾਨੇ ਪੁਰਖ ਫਿਰਦੇ ਨੇ, ਕੱਲੇ ਸੇਵਾਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਭਾਈ ਇੱਥੇ ਆ ਕੇ ਬੈਠਣ ਦੀ ਕਿਰਪਾਲਤਾ ਕਰੋ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਸੁਣ ਕੇ ਆਪਣੇ ਜੀਵਨ ਦੀਆਂ 2 ਘੜੀਆਂ ਆਪਾਂ ਵੀ ਮਾਲਕ ਦੇ ਚਰਨਾਂ ਵਿੱਚ ਲਾ ਦਈਏ। ਸੋ ਜਿੰਨੇ ਵੀ ਦਾਨੇ ਪੁਰਖ ਆਸੇ-ਪਾਸੇ ਫਿਰਦੇ ਨੇ ਉਹਨਾਂ ਨੂੰ ਨਿਮਰਤਾ ਸਹਿਤ ਫਿਰ ਬੇਨਤੀ ਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਭਾਈ ਬੈਠਣ ਦੀ ਕਿਰਪਾਲਤਾ ਕਰੋ। ਆਓ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਉਸ ਤੋਂ ਪਹਿਲਾਂ ਰਾਗੀ ਜਥਾ ਕੀਰਤਨ ਕਰੇਗਾ, ਫਿਰ ਭਾਈ ਸਾਹਿਬ ਜੀ ਕਥਾ ਕਰਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ, ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ, ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ। ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ, ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ
ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਦੇਗ ਚ ਉਬਾਲੇ ਖਾਂਦਾ ਕੋਈ ਵੀਰ ਬੋਲਿਆ ਦੇਖੀ ਯਾਰੇ ਵਾਲਿਆ ਤੂੰ ਦੇਖੀ ਕਿਤੇ ਡੋਲਿਆ ਜ਼ਾਲਮਾਂ ਦੇ ਸੀਨੇ ਵਿੱਚ ਧਸ ਗਈਆਂ ਯਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਬੰਦਗੀ ਚ ਕਿਸੇ ਬੰਦ ਕਟਵਾ ਲਿਆ ਹੱਸ ਹੱਸ ਕਿਸੇ ਨੇ ਖੋਪਰ ਲਹਾ ਲਿਆ ਬੰਦਗੀ ਚ ਕਿਸੇ ਹੱਸ ਹੱਸ ਕਿਸੇ ਨੇ ਖੋਪਰ ਲਹਾ ਲਿਆ ਸਿੱਖੀ ਪਿੱਛੇ ਜਾਣਾ ਵੀ ਨਹੀਂ ਕੀਤੀਆਂ ਪਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਟਾਈਮ ਆਪਣੇ ਕੋਲ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹ ਪਹੁੰਚੇ ਨੇ। ਉਹਨਾਂ ਨੇ ਸੰਗਤਾਂ ਨੂੰ ਹਰ ਜਸ ਕੀਰਤਨ ਦੇ ਰਾਹੀਂ ਨਿਹਾਲ ਕਰਨਾ ਹੈ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਗੁਰਮੁਖ ਪਿਆਰਿਆਂ ਪਾਸੋਂ ਰੱਬੀ ਬਾਣੀ ਦਾ ਅਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰੀਏ ਜੀ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ
ਤਖਤ ਸ੍ਰੀ ਦਮਦਮਾ ਸਾਹਿਬ। ਸੋ ਆਪਣੇ ਕੋਲ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਉਹ ਪਹੁੰਚੇ ਹੋਏ ਨੇ ਅਤੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹਾਜ਼ਰੀ ਲਵਾ ਕੇ ਗਏ ਨੇ ਅਤੇ ਪਹੁੰਚਣਾ ਵੀ ਆ ਉਹਨਾਂ ਦਾ ਵੀ ਸਾਰਿਆਂ ਦਾ ਇਸ ਅੱਜ ਦੇ ਸੋਗ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ। ਆਮੀਨ। ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ
ਤਨ ਬਿਨ ਸਹਿਜਮ ਸੋ ਪਰੈ ਤਨ ਬਿਨ ਸਹਿਜਮ ਸੋ ਪਰੈ ਤਨ ਬਿਨ ਸਹਿਜਮ ਸੋ ਪਰੈ ਮਨ ਕਾ ਵਿਸਾਰੇ ਰਾਮ ਨਾਮ ਮਨ ਕਾ ਵਿਸਾਰੇ ਰਾਮ ਨਾਮ ਇਹੋ ਜਗ ਤੂੰ ਏਕਾ ਪਹਾੜ ਇਹੋ ਜਗ ਤੂੰ ਏਕਾ ਪਹਾੜ ਤੈ ਸਾਚਾ ਮਾਨਿਆ ਕਹਿ ਵਿਚਾਰ ਜੈਸਾ ਚਾਵਾਨਿਆ ਕਹਿ ਵਿਚਾਰ ਜੈਸਾ ਚਾਵਾਨਿਆ ਕਹਿ ਵਿਚਾਰ ਮਨ ਕਾ ਵਿਸਾਰੇ ਰਾਮ ਨਾਮ ਮਨ ਕਾ ਵਿਸਾਰੇ ਰਾਮ ਨਾਮ ਤਨ ਬਿਨ ਸਹਿਜਮ ਸਿਉ ਪਰੈ ਕਾ ਤਨ ਬਿਨ ਸਹਿਜਮ ਸਿਉ ਪਰੈ ਕਾ ਤਨ ਬਿਨ ਸਹਿਜਮ ਸਿਉ ਪਰੈ ਕਾਮ ਮਨ ਕਾ ਵਿਸਾਰੇ ਰਾਮ ਨਾਮ ਮਨ ਕਾ ਵਿਸਾਰੇ ਰਾਮ ਨਾਮ ਧਨ ਦਾਰਾ ਸੰਪਤ ਗ੍ਰੇ ਧਨ ਦਾਰਾ ਸੰਪਤ ਗ੍ਰੇ ਕਛ ਸੰਗ ਨ ਚਾਲੈ ਸਮਝ ਲੈ ਕਛ ਸੰਗ ਨ ਚਾਲੈ ਸਮਝ ਲੈ ਕਛ ਸੰਗ ਨ ਚਾਲੈ ਸਮਝ ਲੈ ਮਨ ਕਾ ਵਿਸਾਰੇ ਰਾਮ ਨਾਮ ਮਨ ਕਾ ਵਿਸਾਰੇ ਰਾਮ ਨਾਮ ਤਨ ਬਿਨ ਸਹਿਜਮ ਸਿਉ ਪਰੈ ਕਾ ਤਨ ਬਿਨ ਸਹਿਜਮ ਸਿਉ ਪਰੈ ਕਾ ਤਨ ਬਿਨ ਸਹਿਜਮ ਸਿਉ ਪਰੈ ਰਾਮ ਮਨ ਕਾ ਵਿਸਾਰੇ ਰਾਮ ਨਾਮ ਮਨ ਕਾ ਵਿਸਾਰੇ ਰਾਮ ਨਾਮ ਮਨ ਕਾ ਵਿਸਾਰੇ ਰਾਮ ਨਾਮ ਇੱਕ ਭਗਤ ਨਾਰਾਇਣ ਹੋਏ ਸੰਗ ਇੱਕ ਭਗਤ ਨਾਰਾਇਣ
ਹਰ ਹਰ ਨਾਮ ਜਪੰਤਿਆਂ ਕਛ ਨ ਕਹੇ ਜਮ ਕਾ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਹਰ ਕਾ ਨਾਮ ਧਿਆਏ ਕਹਿ ਹੋ ਹਰਿ ਭਾਈ ਕਰਮ ਲਿਖਨ ਤੇ ਪਾਈਐ ਰਸਵਾ ਬੰਦ ਕਿਰਪਾ ਮਾਲਿਆ ਮਨ ਫਲ ਪਾਈ ਮਿਲ ਸਾਧ ਸੁਖ ਪਤੈ ਧਰਤੀ ਸਭ ਸਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਖਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਖਾਈ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਪਾਈ ਕਰਮ ਲਖੰਤੈ ਪਾਈਐ ਹਿਰ ਸਹਾਈ ਵੰਤੰਤਰ ਪਵਨ ਮੋਲਿਆ ਅੰਮ੍ਰਿਤ ਫਲ ਪਾ ਮਿਲ ਸਾਧੂ ਸੁਖ ਪੁਜੈ ਲਥੀ ਸਭ ਸਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ ਕਾਮ ਕ੍ਰੋਧ ਅਰਿ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰ ਦੇ ਪੰਜੇ ਬੰਦੇ ਮਾਮਲੀ ਕਰ ਸੱਚਾ ਟੋ ਆਪਣੇ ਜਨ ਪਾਇਆ ਹਿਰਦੈ ਫੜੋ ਰੋਗ ਸੋਗ ਸਭ ਮਿਟ ਗਏ ਨਵਾਂ ਕਰੋ ਅਧਿਨ ਰਹਿ ਨਾਮ ਧਿਆਏ ਦਾ ਫਿਰ ਹੋਏ ਨਾ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਪੰਛੀ ਬਦੇ ਮਾਮਲੀ ਕਰ ਸੱਚਾ ਟੋਆ ਆਪਣੇ ਦਰਜ ਪਾਇਨ ਵਿੱਚ ਦੇ ਖੜੋਆ ਰੋਗ ਸੁਖ ਸਮਿਟ ਗਏ ਨਿਤ ਨਵਾਂ ਨਿਰੋਆ ਦਿਨ ਰਹਿ ਨਾਮ ਧਿਆਏ ਦਾ ਫਿਰ ਪਾਏ ਨਾ ਹੁਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ ਸੋਈ ਫਿਰ ਹੋ